चल चल खिला दे। चाहे कोई हिंदू है, चाहे कोई मुस्लिम है, चाहे कोई सिख है, चाहे कोई ईसाई है, चाहे कोई रविदास है, चाहे कोई वाल्मीकि है, सानू सब के हक च खलोना चाहिए है। पर असी कल भी गल की सी, बार बार कहने कि नवे शहर का भाईचारा खराब नहीं होना चाहिए। विपत्ति नवा शहर देख रहे हो, मैं तो अपना परिवारक मैंबर दिनेश सूरी, और तुम इस समय देख पा रहे हो कि कल भी कमेटी घर के अंदर मसला पखिया सी, हुण वो मसला बाहर तक आ गया। और जेडे गग्गू जी ने जी सुन लेने, मैं मसला बाद समझा देना। मसला मैं दस देना जी एक बारी विजय मसला समझा दें कि गग्गू जी बैठे ने और गिल साहब बैठे ने। इन्हों का यह कहना है कि बख्शी जोड़े MC ने, इन्हों चंद दिन पहला भी कोई सड़क दे लैके गलबात हुई सी आपसी विच, और कल कमेटी घर के अंदर 2 टके दे कहा गया। हालांकि बख्शी जी नाल साडी गल नहीं हुई, पर गग्गू जी और गिल साहब इस गल नूं लैके नाराज़ हैं कि इन्हां दे जुबान तो कल ये निकलिया है कि गुंडे ने, बदमाश ने, 2 टके दे हैं। तो इस चीज़ नूं लैके निराशता चल रही है गग्गू जी के मन में और गिल जी के मन में। तो हुणे गल कर रहे हैं, असी खुद चाहुंदे कि रेड़का मुकना चाहिए, शहर का भाईचारा बरकरार रहना चाहिए। बख्शी जी की भी गल सुननी चाहिए है कि बख्शी के असली भाव है कि ਮੈਨੂੰ ਨਾ ਇਹ ਗੱਲ ਕਹੋ ਕਿ ਤੁਹਾਡੇ ਵਾਸਤੇ ਵਾਲਮੀਕੀ ਮਹੱਲੇ ਜਾਂ ਵਾਲਮੀਕੀ ਲੋਕ ਤੁਹਾਡੇ ਲਈ ਕੋਈ ਨਵੀਂ ਗੱਲ ਹੋਣੀ, ਮੇਰੇ ਵਾਸਤੇ ਨਹੀਂ, ਕਿਉਂਕਿ ਮੇਰਾ ਜੰਮਪਲ ਮੈਂ ਪੜ੍ਹਿਆ ਉਸ ਮਹੱਲੇ ਜਾਂ ਮੇਰਾ ਜੰਮਪਲ ਉੱਥੇ ਦਾ ਆ। ਅਸੀਂ ਸਾਡਾ ਕੰਮ ਉੱਥੇ ਚੱਲਦਾ ਹੈਗਾ ਆ, ਮੈਂ ਕਿਉਂ ਕਹੂੰਗਾ? ਮੈਂ ਉਹਦਾ ਕੋਈ ਬਦਤਮੀਜ਼ੀ ਨਹੀਂ ਕੀਤੀ। ਉਸ ਦਿਨ ਆਪਾਂ ਇਕੱਠੇ ਹੋਏ, ਮੈਨੂੰ ਨਹੀਂ ਪਤਾ ਤੁਸੀਂ ਹੋਏ, ਅਸੀਂ ਤਾਂ ਮੈਂ ਸੂਰਜ ਪ੍ਰਧਾਨ ਜੀ ਗੱਗੂ ਭਾਈ, ਅਸੀਂ ਸੂਰਜ ਦੇ ਗੱਗੂ ਦੇ ਘਰ ਦੇ ਜਦੋਂ ਉੱਥੇ ਆਏ ਕੋਈ ਸੀਵਰੇਜ ਦੀ ਰੋਲ ਦੀ ਗੱਲ ਚੱਲਦੀ ਸੁਣ, ਇਹ ਤੁਹਾਨੂੰ ਇਹਨੇ ਗੱਗੂ ਨੇ ਵੀ ਕਿਹਾ ਵੀ ਯਾਰ ਇਹਨਾਂ ਬੰਦਾਂ ਦੀ ਗੱਲ, ਫਿਰ ਮੈਂ ਵੀ ਤੁਹਾਨੂੰ ਬੋਲਿਆ, ਮੈਂ ਕਿਹਾ ਮੈਂ ਬੰਦਾਂ ਤੋਂ ਕੰਮ ਜੇ ਹੁੰਦਾ ਤੁਸੀਂ ਮੈਨੂੰ ਯਾਰ ਤੁਸੀਂ ਕੌਣ ਹੁੰਦੇ ਬੋਲਣ ਵਾਲੇ, ਇਹ ਤੁਸੀਂ ਉਸ ਦਿਨ ਵੱਡੀ ਕੀਤੀ। ਮੈਂ ਕਿਹਾ ਫਿਰ ਮੈਂ ਬੋਲਿਆ, ਮੈਂ ਕਿਹਾ ਬਖਸ਼ੀ ਜੀ ਆਪਾਂ ਕਲਾਸ ਪਹਿਲਾਂ, ਮੈਂ ਕਿਹਾ ਤੂੰ ਮੇਰੇ ਆਪਾਂ ਇਕੱਠੇ ਪੜ੍ਹੇ ਆ। ਮੈਂ ਫਿਰ ਉਹਨੂੰ ਇਹ ਮਹਿਸੂਸ ਕਰਾਇਆ ਵੀ ਆਪਾਂ ਭਰਾ ਵਾ, ਉਸ ਹਿਸਾਬ ਨਾਲ ਤੂੰ ਗੱਲ ਕਰ। ਇਹਨਾਂ ਦੇ ਮਨ 'ਚ ਹੋਰ ਭਾਵਨਾ ਸੀਗੀ, ਅਸੀਂ ਉਸ ਗੱਲ ਨੂੰ ਖਤਮ ਕੀਤਾ। ਇਹਨਾਂ ਨੇ ਨਾਲ ਖੜ ਕੇ ਸਾਡਾ ਉੱਥੇ ਫੋਟੋ ਕਰਾਈ, ਕਹਿੰਦਾ ਮੈਨੂੰ ਖੁਸ਼ੀ ਆ ਜੇ ਅਸੀਂ ਗਲੀ ਦਾ ਕੰਮ ਹੋ ਰਿਹਾ ਵਾ। ਫਿਰ ਥੱਲੀ ਦਾ ਕਰਾ ਦੋ, ਮੁੰਡੇ ਵੀ ਮੈਨੂੰ ਬੰਦੇ ਬਾਹਰੋਂ ਵੀ ਫੋਨ ਕਰਦੇ ਪਏ, ਕਹਿੰਦੇ ਨਹੀਂ ਮੁਰਦਾਬਾਦ ਤਾਂ ਗਰੇ ਕੋਰੀ ਨੂੰ ਪਤਾ ਤਾਂ ਲੱਗੇ। ਕੋਈ ਰਾਜਾ ਵਕੀਲ ਮੁਰਦਾਬਾਦ, ਰਾਜਾ ਵਕੀਲ ਮੁਰਦਾਬਾਦ, ਰਾਜਾ ਵਕੀਲ ਮੁਰਦਾਬਾਦ। ਦੇਖੋ ਮੈਂ ਕਦੀ ਵੇਲੇ ਕਦੀ ਦੇ 19 MC ਜਿਹੜੇ ਆ ਮੇਰੇ ਰਿਸਪੈਕਟਡ ਆ। ਮੈਂ ਕਦੀ ਵੀ ਕਿਸੇ ਵੀ MC ਨੂੰ ਮਤਲਬ ਦੇਖੋ ਹੁਣ ਸੀਵਰੇਜ ਦੀ ਕੰਪਲੇਂਟ ਆਉਂਦੀ ਆ, ਬੰਦੇ ਉਹੀ ਆ 4-5। ਹੁਣ ਲੇਟ ਤਾਂ ਜ਼ਰੂਰ ਹੋ ਜਾਂਦੀ ਆ ਵੀ ਕਈ ਵਾਰੀ ਮਤਲਬ ਅੱਜ ਨਹੀਂ ਹੋਈ ਤਾਂ ਕੱਲ੍ਹ ਨੂੰ ਹੋ ਜਾਊ, ਕੱਲ੍ਹ ਨਹੀਂ ਪਰਸੋਂ। ਹੁਣ ਉਨੀਆਂ ਦੀਆਂ ਕੰਪਲੇਂਟਾਂ ਹੁੰਦੀਆਂ, ਮਤਲਬ ਕੰਪਲੇਂਟਾਂ ਰੋਜ਼ ਦੀਆਂ ਹੁੰਦੀਆਂ 5-6 ਇਸ ਤੋਂ ਜ਼ਿਆਦਾ ਨਹੀਂ ਹੁੰਦੀਆਂ, ਕਿਉਂਕਿ ਉਹ ਬਾਕੀ ਜਿਹਨਾਂ ਦੀ ਨਹੀਂ ਹੁੰਦੀ ਉਹ ਬੰਦੇ ਰੁੱਸਦੇ ਆ ਬਿੱਲਾ ਵੀ ਸਾਡਾ ਨਹੀਂ ਹੋਇਆ। ਫਿਰ ਮੈਂ ਉਹਨਾਂ ਦੀ ਮਿਹਨਤ ਵੀ ਕਰਦਾ ਬਿੱਲਾ ਵੀ ਚਲੋ ਕੋਈ ਨਹੀਂ, ਮੈਂ ਸਵੇਰ ਨੂੰ ਤੁਹਾਡੇ ਪਹਿਲੇ ਟਾਈਮ ਨਾਲ ਕੰਮ ਕਰਾ ਦੂੰ। ਮੈਂ ਕਦੀ ਵੀ ਕਿਸੇ ਨਾਲ ਇੱਦਾਂ ਬੇਤਵਾਰਾ ਨਹੀਂ ਕੀਤਾ। ਮੈਨੂੰ ਅੱਜ ਤੱਕ ਕਦੀ ਕਿਸੇ ਪ੍ਰਧਾਨ ਜੀ ਨਾਲ, ਕਿਸੇ MLA ਨਾਲ ਕਦੀ ਵੀ ਕਿਹਾ ਵੀ ਕਿਸੇ ਦਾ ਕੰਮ ਰੋਕਣਾ, ਇਹ ਗੱਲ ਸੱਚ ਆ। ਜੇ ਕਿਸੇ ਮੇਰੇ ਕੋਈ ਮੁਲਾਜ਼ਮ ਕਹਿੰਦੇ ਆ ਵੀ ਕੋਈ ਸਾਨੂੰ ਕਿਹਾ ਆ, ਮੈਂ ਉਹਨੂੰ ਮੁਲਾਜ਼ਮ ਨੂੰ ਬੋਲਦਾ ਵੀ ਮੈਨੂੰ ਕਿਉਂ ਨਹੀਂ ਆ ਕੇ ਦੱਸਿਆ, ਜੇ ਮੈਂ ਉਸੇ ਵੇਲੇ ਤੁਹਾਡਾ ਐਕਸ਼ਨ ਵੀ ਲਊਂਗਾ। ਵੀ ਜੇ ਮੈਂ ਨਾ ਲਵਾਂ ਐਕਸ਼ਨ, ਤੁਹਾਨੂੰ ਕੋਈ ਗਲਤ ਬੋਲਦਾ ਕੋਈ ਵੀ ਬਿੱਲਾ ਵੀ ਉਹਨਾਂ ਦੇ ਕਹਿਣ 'ਤੇ ਕੰਮ ਨਹੀਂ ਕਰਨਾ, ਉਹਨਾਂ ਦੇ ਕਹਿਣ 'ਤੇ ਬਾਰੇ ਤੁਸੀਂ ਮੇਰੇ ਨਾਲ ਮੇਰੀ ਫੋਨ 'ਤੇ ਗੱਲ ਕਰਾਓ। ਆਪਣੇ ਸਾਰੇ ਮੇਰੇ ਮੁਲਾਜ਼ਮ ਬੈਠੇ ਆ, ਹੁਣ ਮੈਂ ਸਾਰਿਆਂ ਨੂੰ ਇਹ ਗੱਲ ਮੈਂ ਬਾਰ-ਬਾਰ ਕਹਿੰਦਾ ਵੀ ਸਾਡੇ ਵਾਸਤੇ ਸਾਰੇ 19 ਦੇ 19 ਇੱਕ ਬਰਾਬਰ ਹੀ ਆ। ਮੈਂ ਤਾਂ ਸ਼ਹਿਰ ਦੇ ਜਿਹੜੇ ਆ ਕੋਈ ਹੋਰ ਮੋਹਤਬਾਰ ਬੰਦੇ ਵੀ ਮੈਨੂੰ ਫੋਨ ਕਰ ਦੇਣ, ਮੈਂ ਤਾਂ ਉਹਨਾਂ ਦਾ ਵੀ ਕੰਮ ਕਰਦਾ। ਹਾਂ ਇੱਦਾਂ ਹੋ ਜਾਂਦੀ ਹੈ ਕਈ ਵਾਰੀ ਵੀ ਨੰਬਰ ਹੁਣ ਇੱਦਾਂ ਪਰਮ ਭਾਜੀ ਹੋਣਾ ਦਾ ਆ ਸੀਵਰੇਜ ਖੋਲ੍ਹਣ ਦਾ, ਕੋਈ ਐਮਰਜੈਂਸੀ ਕੰਪਲੇਂਟ ਆ ਜਾਂਦੀ ਆ ਕਿ ਉਹ ਜ਼ਰੂਰੀ ਹੁੰਦੀ ਵੀ ਬਾਜ਼ਾਰ 'ਚ ਪਾਣੀ ਖੜਾ ਜਾਂ ਕਿੱਦਾਂ, ਇੱਦਾਂ ਜ਼ਰੂਰ ਕਈ ਵਾਰੀ ਕੱਟ ਦੇਈਦਾ ਆ ਵੀ ਲੈ ਵੀ ਆਹ ਐਮਰਜੈਂਸੀ ਕਰਾ ਲਈਏ ਵੀ ਕੋਈ ਨਹੀਂ ਇੱਦਾਂ ਲਾਈਟ ਹੋ ਜੂਗੀ। ਸੋ ਮੈਂ ਬਾਕੀ ਗੱਲ ਇੱਦਾਂ ਵੀ ਬਖਸ਼ੀ ਭਾਜੀ ਨਾਲ ਉੱਦਣ ਜਿਹੜੀ ਗੱਲ ਹੋਈ ਆ, ਅਸੀਂ ਤਿੰਨੇ ਜਣੇ ਸੀਗੇ ਉਸ ਦਿਨ। ਇਹਨਾਂ ਦਾ ਬਹੁਤ ਮਤਲਬ ਗੱਗੂ ਨੂੰ ਵੀ ਗਲਤ ਬੋਲਿਆ, ਮੈਂ ਹੀ ਇਹਨਾਂ ਦਾ ਹੱਥ ਵਾਲੇ ਮੈਂ ਤਾਂ ਬਰਾਬਰ ਮੋਰੇ ਬੋਲਣਾ ਨਹੀਂ ਹੈਗਾ। ਸਚਨ ਨੇ ਗਾਣਾ ਵੀ ਲਾਓ ਜੀ ਵੀ ਮੇਰੇ ਹੁੰਦੇ ਵੀ ਤੁਸੀਂ ਇੱਦਾਂ ਬੋਲਦੇ ਆ। ਉਸ ਟਾਈਮ ਵੀ ਥੋੜ੍ਹੀ ਜਿਹੀ ਆਪਣੀ ਹੋਈ ਆ ਗੱਲ ਇਹਨਾਂ ਨਾਲ, ਮੇਰੇ ਨਾਲ ਹੀ ਹੋਈ, ਇਹਨਾਂ ਨਾਲ ਹੋਈ ਆ ਵੀ ਤੁਸੀਂ ਜੀ ਆਹ ਗਲੀ 'ਚ ਤੁਸੀਂ ਕੌਣ ਹੁੰਦੇ, ਇਹਨਾਂ ਨੇ ਉਸ ਟਾਈਮ ਵੀ ਗਲਤ ਬੋਲਿਆ। ਚਲੋ ਮੈਂ ਫਿਰ ਵੀ ਅਸੀਂ ਇਹਨੂੰ ਕਰਾਤਾ ਚੁੱਪ।
ਔਰ ਕੱਲ ਜਿਹੜੀ ਗੱਲ ਹੋਈ ਆ ਉਹੀ ਗੱਲ ਦੇ ਉੱਤੇ ਵੀ ਉਹਨਾਂ ਨੇ ਇਹ ਕਿਹਾ ਉਸਲੇ ਜਿਹੜਾ ਅਰਨ ਦਵਾਨ ਆ ਜਿਹੜਾ ਉਹ ਤਾਂ ਬੋਲਿਆ ਨਹੀਂ ਸੀ ਨਾ ਉਸ ਟਾਈਮ ਕੁਝ ਵੀ ਨਹੀਂ ਬੋਲਿਆ ਤੇ ਉਹ ਗੱਲ ਮਤਲਬ ਇਹ ਗੱਲ ਜਿਹੜੀ ਪੂਰੀ ਅੰਦਰ ਹੋਈ ਆ ਇਹ ਪੂਰੀ ਸਾਡੇ ਤੇ ਫਿੱਟ ਹੋਈ ਆ ਉਹਨਾਂ ਰਿਲੇਟਡ ਹੋ ਸਾਹਿਬ ਇਹਦੇ ਬਾਰੇ ਮੈਂ ਤੁਹਾਨੂੰ ਗਾਈਡ ਕਰਦਾ ਇਹਨਾਂ ਦੇ ਨਾਲ ਨਾ ਜਿਹੜੀ ਇਹ ਹੁਣ ਬਖਸ਼ੀ ਸਾਹਿਬ ਆਏ ਆ ਹੁਣ ਸੌਰੀ ਫੀਲ ਕਰਦੇ ਸਾਡੇ ਤੋਂ ਆਪਾਂ ਬਿਲਕੁਲ ਸੌਰੀ ਇਹਦੀ ਨਹੀਂ ਮਨਜ਼ੂਰ ਕਰਨੀ ਕਿਉਂਕਿ ਇਹ ਸ਼ਰਾਰਤੀ ਅੰਸਰ ਇੱਦਾਂ ਇਹਨੂੰ ਇੰਨਾ ਕੁ ਹੁਣੇ ਨਸ਼ਾ ਹੋ ਗਿਆ ਐਮਸੀ ਦਾ ਜਦ ਕਿ ਆਲਰੇਡੀ ਕੁਛ ਐਮਸੀ ਵੀ ਨਹੀਂ ਹੈਗਾ ਅਸੀਂ ਇਹਨਾਂ ਦੀ ਵਾਈਫ ਦੀ ਉਨੀ ਇੱਜ਼ਤ ਕਰਦੇ ਆ ਉਹ ਐਮਸੀ ਆ ਸਾਡੇ ਸਹਿਬਾਨ ਆ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਅਸੀਂ ਰਿਸਪੈਕਟ ਕਰਦੇ ਇਹਦੀ ਕੋਈ ਰਿਸਪੈਕਟ ਨਹੀਂ ਕਰਦੇ ਇਹਦੀ ਕੋਈ ਵੈਲਿਊ ਨਹੀਂ ਕੋਈ ਕੁਛ ਨਹੀਂ ਇਹ ਸਾਨੂੰ 2 ਟਕੇ ਤੇ ਕਰ ਦੱਸਦਾ ਵਾ ਇਹਦੀ ਆਪਣੀ ਦੇਖੋ ਜੀ ਕਿੰਨੀ ਟਕੇ ਦੀ ਇਹਦੀ ਕਾਤ ਇਹ ਹੁਣ ਮਾਫੀ ਮੰਗਣ ਲਈ ਇੱਥੇ ਬੈਠਾ ਸਾਡੇ ਕੋਲ ਤੇ ਮੈਂ ਫਿਰ ਵੀ ਤੁਹਾਨੂੰ ਮੈਂ ਫੇਰ ਕਹੀ ਜਾਣਾ ਅਸੀਂ 19 ਐਮਸੀਆਂ ਦੇ 19 ਐਮਸੀ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੇ ਨਾਲ ਦਿਆਂ ਦੀ ਉਹਨਾਂ ਦੇ ਡਰਾਈਵਰਾਂ ਦੀ ਥੋੜੀ ਇੱਜ਼ਤ ਕਰਾਂਗੇ ਅਸੀਂ ਇਹ ਲੈ ਕੇ ਜਾਂਦੇ ਸਾਨੂੰ ਥੋੜੀ ਪਤਾ ਵੀ ਇਹਨਾਂ ਦੀ ਵਾਈਫ ਆ ਇਹ ਸਿਰਫ ਸਰਾਸਰ ਇਹਨਾਂ ਨੇ ਉਧਰ ਸਾਡੀ ਬਰਾਦਰੀ ਨੂੰ ਟਾਰਗੇਟ ਕਰਕੇ ਕਿਉਂਕਿ ਇਹਨੂੰ ਸਾਰਾ ਪਤਾ ਸੀਗਾ ਵੀ ਅਸੀਂ ਅੰਗਦ ਸਿੰਘ ਦੇ ਨਾਲ ਚੱਲਦੇ ਆ ਅੰਗਦ ਸਿੰਘ ਐਮਐਲਏ ਦਾ ਨਾਮ ਬਦਨਾਮ ਕਰ ਲਈ ਵੀ ਉਹਨਾਂ ਦੇ ਕੰਮ ਨਹੀਂ ਰੋਕਣੇ ਅਸੀਂ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਮੁੜ ਕੇ ਜਦੋਂ ਅਸੀਂ ਇਹ ਕਰਕੇ ਸਚਿਨ ਦੀਵਾਨ ਜੀ ਉਹਨਾਂ ਨੇ ਸਾਡਾ ਕੰਮ ਸ਼ੁਰੂ ਕਰਾਇਆ ਕੰਮ ਸ਼ੁਰੂ ਕਰਾਉਣ ਤੋਂ ਬਾਅਦ ਮੁੜ ਕੇ ਡੇਲੀ ਇਹਨਾਂ ਦੀ ਪੋਸਟ ਆਉਂਦੀ ਸੀਗੀ ਇਹਨਾਂ ਦੀ ਵਾਈਫ ਦੀ ਸਾਡੇ ਐਮਸੀ ਸਾਹਿਬ ਦੀ ਬਈ ਇਹ ਧੁੱਪੇ ਖੜ ਕੇ ਕੰਮ ਕਰਾ ਰਹੇ ਆ ਫਿਰ ਜਦੋਂ ਕੰਮ ਇਲੀਗਲ ਸੀਗਾ ਫਿਰ ਪੋਸਟਾਂ ਕਿਹੜੀ ਕੋਲੋਂ ਸ਼ੇਅਰ ਕਰਦੇ ਸੀਗੇ ਜਦੋਂ ਕੰਮ ਇਹਨਾਂ ਨੇ ਕਿਹਾ ਜੀ ਇਲੀਗਲ ਕੰਮ ਹੋ ਰਿਹਾ ਉੱਥੇ ਜੇ ਇਲੀਗਲ ਕੰਮ ਹੋ ਰਿਹਾ ਤਾਂ ਇਟ ਮੀਨਸ ਇਹ ਕਰਵਾ ਰਹੇ ਐਮਸੀ ਸਾਹਿਬ ਸਾਡੇ ਤੇ ਮੈਂ ਇਹਨਾਂ ਨੂੰ ਫਿਰ ਵੀ ਇਹ ਕਹਿੰਦਾ ਵੀ ਜਿਹੜਾ ਵੀ ਇਹ ਸਾਡੀ ਬਰਾਦਰੀ ਤੇ ਮੈਂ 19 ਐਮਸੀਆਂ ਦੇ ਅੱਗੇ ਹੱਥ ਜੋੜ ਕੇ ਰਿਕੁਐਸਟ ਕਰ ਤੁਹਾਡੀ ਆਪਸ ਦੇ ਵਿੱਚ ਹੋਊਗੀ ਸਾਡਾ ਕੋਈ ਕਿਸੇ ਨਾਲ ਨਹੀਂ ਹੈਗਾ ਅਸੀਂ ਤਾਂ ਸਾਡੇ ਸਮਾਜ ਨੂੰ ਟਾਰਗੇਟ ਨਾ ਕੀਤਾ ਜਾਵੇ ਬਸ ਠੀਕ ਹੈ ਸਾਨੂੰ ਇਹ ਆ ਵੀ ਜੇ ਤੁਹਾਡੀ ਕੋਈ ਹੈਗੀ ਆ ਅੱਜ ਬੱਲੂ ਭਾਜੀ ਵੀ ਬੈਠੇ ਸਾਡੇ ਕੋਲ ਚਲੋ ਠੀਕ ਹੈ ਜੀ ਅੱਜ ਇਹਨਾਂ ਲਈ ਵੀ ਆਪਾਂ ਇਹਨਾਂ ਨੇ ਵੀ ਹੁਣ 2 ਗੱਲਾਂ ਕਰ ਹੀ ਲੈਣੀਆਂ ਜਦੋਂ ਤੱਕ ਤਾਂ ਇਹ ਭਾਜੀ ਉਹਨੇ ਕਾਂਗਰਸੀ ਸਾਨੂੰ ਲਿਆਉਣ ਪਏ ਸਾਨੂੰ ਜੁਆਇਨ ਕਰਾਉਣ ਵਾਲੇ ਵੀ ਇਹੀ ਆ ਹੁਣ ਆਪ ਇਹ ਅੱਗੇ ਪਿੱਛੇ ਹੋ ਗਏ ਅਸੀਂ ਤਾਂ ਉੱਥੇ ਖੜੇ ਆ ਜਦੋਂ ਨਹੀਂ ਅਸੀਂ ਵਾਲਮੀਕੀ ਸਮਾਜ ਬਾਰੇ ਨਹੀਂ ਉਹ ਕਹਿੰਦੇ ਨਹੀਂ ਕਿਹਾ ਹੁਣੀ ਮੈਂ ਸੁਣ ਰਿਹਾ ਜੀ ਨਹੀਂ ਕਿਹਾ ਭਾਜੀ ਜਦੋਂ ਵਾਲਮੀਕੀ ਸਮਾਜ ਦੇ ਅਸੀਂ ਨੁਮਾਇੰਦੇ ਆ ਅਸੀਂ ਜਦੋਂ 2 ਟਕੇ ਤੇ ਕਹਿਤਾ ਆਪਾਂ 3 ਜਣੇ ਖੜੇ ਆ ਚੌਥੇ ਸਾਡੇ ਮੇਅਰ ਸਾਹਿਬ ਸੀਗੇ ਜਦੋਂ ਸਾਡੇ ਚੌਥੇ ਮੇਅਰ ਸਾਹਿਬ ਸੀਗੇ ਭਾਈ ਜਦੋਂ ਚੌਥੇ ਮੇਅਰ ਸਾਹਿਬ ਸੀਗੇ ਚੌਥੇ ਮੇਅਰ ਸਾਹਿਬ ਨੂੰ ਤਾਂ ਕੁਝ ਨਹੀਂ ਕਿਹਾ ਗੱਲ ਕਰਦਾ ਸੀਗਾ ਮੈਂ ਕਰਦਾ ਸੀਗਾ ਗੇਲ ਸਾਹਿਬ ਕਰਦੇ ਸੂਰਜ ਜੀ ਕਰਦੇ ਪਏ ਸੀਗੇ ਜਦੋਂ ਕੰਮ ਉਹ ਸਾਡਾ ਇਲੀਗਲ ਜਦੋਂ ਇਲੀਗਲ ਕੰਮ ਹੈ ਫਿਰ ਕੱਲ ਹੀ ਇਹਨਾਂ ਨੇ ਪੋਸਟਾਂ ਸ਼ੇਅਰ ਕੀਤੀਆਂ ਚਲੋ ਬਹਿ ਜਾ ਹੁਣ ਉਹ ਨਹੀਂ ਆਪਾਂ ਬਹਿ ਜਾ ਯਾਰ ਆਪਾਂ ਗੱਲ ਕਰ ਲੈ ਹੁਣ ਮੇਰੀ ਗੱਲ ਸੁਣ ਇੱਕ ਮਿੰਟ ਜਦੋਂ ਗੱਲ ਹੋ ਗਈ ਨਾ ਫਿਰ ਉਹ ਤੋਂ ਬਾਅਦ ਨਹੀਂ ਅੰਗਦ ਸਿੰਘ ਜਦੋਂ 3.5 ਸਾਲ ਇਹਨਾਂ ਦੇ ਨਾਲ ਜੁੜਿਆ ਰਿਹਾ ਅੰਗਦ ਸਿੰਘ ਵਧੀਆ ਸੀਗਾ ਅੱਜ ਇਹ ਕੁਰਸੀ ਦੀ ਲੜਾਈ ਸੀਗੀ ਕੁਰਸੀ ਦੀ ਲੜਾਈ 'ਚ ਸੱਚੇ ਖੱਬੇ ਹੋ ਗਏ ਪਾਰਟੀ ਦੀ ਗੱਲ ਨਹੀਂ ਚੱਲ ਰਹੀ ਇੱਥੇ ਕਿਤੇ ਪਾਰਟੀ ਕਾਲੀ ਕਾਂਗਰਸ ਦੀ ਗੱਲ ਨਹੀਂ ਚੱਲ ਰਹੀ ਠੀਕ ਹੈ ਸਾਡੇ ਕੱਪੜੇ ਦੇਖ ਕੇ ਕਹੀ ਜਾਂਦੇ ਆ ਭਾਜੀ ਸਾਡੇ ਕੱਪੜੇ ਦੇਖ ਕੇ ਸਾਨੂੰ ਕਹੀ ਜਾਂਦੇ ਤੁਸੀਂ ਲੱਗਦੇ ਨਹੀਂ ਸਫਾਈ ਸੇਵਕ ਸਾਨੂੰ ਉਹ ਸਾਡੇ ਪਾਰਟੀ ਦਾ ਥੋੜਾ ਮਸਲਾ ਹੈ ਪਾਰਟੀ ਦਾ ਮਸਲਾ ਹੈ ਪ੍ਰਧਾਨ ਜੀ ਦੀ ਸੁਣ 2 ਮਿੰਟ ਚੁੱਪ ਕਰੋ ਪਲੀਜ਼ ਤੂੰ ਆਪਣਾ ਜਿਹੜਾ ਤੇਰੇ ਮਨ ਦੇ ਗਵਾਰ ਦੀ ਉਹ ਨਿਕਲ ਗਿਆ ਵਧੀਆ ਅਸੀਂ ਮਨ ਸਾਫ਼ ਕਰਕੇ ਇੱਕ ਹੁਣ ਮੇਰੀ ਗੱਲ ਸੁਣ ਇੱਥੇ ਬੈਠੇ ਆ ਅਸੀਂ ਨਛੱਤਰ ਉਹਨਾਂ ਦੀ ਪ੍ਰਧਾਨਗੀ ਥੱਲੇ ਤੇ ਸਭ ਵੇ 2 ਮਿੰਟ ਸਾਡੇ ਪ੍ਰਧਾਨ ਸਾਡੇ ਸਮਾਜ ਦੇ ਆ ਨਾ ਕਿ ਤੁਸੀਂ ਸਾਡੇ ਸਮਾਜ ਦੇ ਪ੍ਰਧਾਨ ਆ ਇੱਕ ਮਿੰਟ ਯਾਰ ਉਹ ਸਾਰਿਆਂ ਦੇ ਸਾਂਝੇ ਸਾਰਿਆਂ ਦਾ ਸਾਂਝਾ ਅਸੀਂ ਇੱਕ ਮਿੰਟ ਬੱਕਣ 2 ਮਿੰਟ ਪਲੀਜ਼ ਅਸੀਂ ਹੁਣ ਇਹ ਆਏ ਆ ਜੇ ਬਖਸ਼ੀ ਨੇ ਤੁਸੀਂ ਜਿੱਦਾਂ ਆਪਾਂ ਉਹ ਗੱਲ ਨਾਲ ਰਿਲੇਟਡ ਹੋ ਗਈ ਗੱਲ ਠੀਕ ਹੈ ਇਹ ਲੱਗਦਾ ਵੀ ਫਿਰ 2 ਮਿੰਟ ਜੇ ਮੰਨ ਲਓ ਹੁਣ ਮੰਨਣਾ ਹੀ ਪਊਗਾ ਵੀ ਇਹ ਤੁਹਾਨੂੰ ਲੱਗਦਾ ਆ ਵੀ ਇਹਨੇ ਗਲਤ ਸਾਨੂੰ ਟਾਰਗੇਟ ਕਰਕੇ ਕਿਹਾ ਤਾਂ ਮਾੜੀ ਗੱਲ ਆ ਅਸੀਂ ਸਾਰੇ ਜਾਣੇ ਇਸ ਗੱਲ ਨੂੰ ਰਿਲਾਈਜ਼ ਕਰਦੇ ਆ ਕਿ ਗਾਂ ਤੋਂ ਇਦਾਂ ਦੀ ਗੱਲ ਲੂਜ਼ ਟਾਕ ਕਿਸੇ ਪ੍ਰਤੀ ਨਹੀਂ ਕਰਨੀ ਚਾਹੀਦੀ ਹਰ ਬੰਦੇ ਦਾ ਸਮਾਜ 'ਚ ਸਤਿਕਾਰ ਆ ਅਧਿਕਾਰ ਆ ਤੁਸੀਂ ਇਹ ਪੁੱਛੋ ਜਦੋਂ ਸਾਡੇ ਆਂਦੇ ਆ ਮੈਂ ਚਾਹ ਪਾਣੀ ਨਹੀਂ ਪੁੱਛਦਾ ਇਹਨਾਂ ਨੂੰ ਬਿਲਕੁਲ ਪੁੱਛੋ ਸਾਡਾ ਫਰਜ਼ ਬਣਦਾ ਸਾਡੇ ਮੈਂ ਇੱਜ਼ਤ ਕਰਦਾ ਐਮਸੀ ਦੇ ਬਾਰੇ ਆਪ ਕਿੱਥੇ ਹੋ ਗਏ ਅਸੀਂ ਮਾਰੇ ਬਣ ਗਏ ਆਪ ਜਾਣਾ ਪੀਂਦੇ ਆ ਉਹ ਮੈਂ ਕਿਹਾ ਤੁਹਾਡੇ ਵਾਸਤੇ ਨਵੇਂ ਹੋਗੇ ਮੈਂ ਇਹਨਾਂ ਦੇ ਹੱਥੀ ਪਲਿਆ ਹੋਇਆ ਇਹ ਵਿੱਚ ਆਈ ਕੋਈ ਗੱਲ ਉਹਦੇ ਮੈਂ ਕਹਿੰਦੀ ਮੈਂ ਉਹਨਾਂ ਨਾਲ ਕੋਈ ਮਿਸਬੀਹੇਵ ਨਹੀਂ ਕਰਦਾ ਤੁਹਾਡਾ ਕੀ ਅਸੀਂ ਤੈਨੂੰ ਕੱਲ ਹੀ ਕਹਿਣਾ ਪਹਿਲਾਂ ਮੈਨੂੰ ਮੇਰਾ ਤੁਹਾਡੇ ਨਾਲ ਕੀ ਉਹ ਗੱਲ ਤਾਂ ਸੁਣ ਪਹਿਲਾਂ ਮੇਰੀ ਗੱਲ ਯਾਰ ਦੇਖੋ ਡਾਰੀ ਮਿਲਣੇ ਜਿਹੜੇ ਸੀਗੇ ਮੇਰਾ ਹੀ ਆ ਉਹ ਕਿਹੜਾ ਕਿਤੇ
ਨਹੀਂ 2 ਮਿੰਟ ਚੁੱਪ, ਉਹ ਗੱਲ ਹੋਈ ਛੋਲਾ ਇਹ ਹੁਣ 2 ਮਿੰਟ ਉਹ ਗੱਲ ਹੋਈ ਆ ਇਹਨਾਂ ਦੀ ਇਹਨਾਂ ਕੋਲ ਗਲੀ ਬਣਾਉਣ ਪਿੱਛੇ ਕਿਹੜੀ ਹੋਈ ਆ ਜਿਹੜੀ ਇਹਨਾਂ ਨੇ ਗੱਲ ਦੱਸੀ ਆ ਇਹ ਕਹਿੰਦੇ ਭਾਜੀ 2020 ਦੇ ਵਿੱਚ ਤੁਸੀਂ ਤਾਂ ਉਹ ਕਰਕੇ ਗਏ ਸੀਗੇ ਕਰਕੇ ਗਿਆ ਪੱਤਰ ਫਿਰ ਤੁਸੀਂ ਇਲੀਗਲ ਕਰਕੇ ਗਏ ਸੀਗੇ ਉਹ ਫਿਰ ਇਹਨਾਂ ਨੇ ਕੱਲ ਹੀ ਐਪਲੀਕੇਸ਼ਨ ਦਿੱਤੀ ਉਹ ਕਿਹੜੇ 2020 ਚ ਮੇਰੀ ਗੱਲ 2020 ਚ ਉਹ ਤੇਰੀ ਗਲੀ ਬਣ ਗਈ ਭਾਜੀ ਬਣ ਗਈ ਆ ਬਾੜੀ ਬਣ ਗਏ ਮੇਰੀ ਕੋਠੀ ਦੇ ਨਾਲ ਕੋਈ ਨਹੀਂ ਹੁਣ ਤੁਹਾਨੂੰ ਸਾਰਾ ਹੀ ਪਤਾ ਮਤਲਬ ਭਾਜੀ ਸਾਡੇ ਨਾਲ ਪੋਲਿਟਿਕਸ ਨਾ ਕਰੋ ਸਾਨੂੰ ਅਸੀਂ ਸਿੱਧੇ ਸਾਦੇ ਜੇ ਬੰਦੇ ਆ ਸਾਨੂੰ ਨਹੀਂ ਆਉਂਦੀ ਉਹ ਬਹਿ ਜਾ ਹਟ ਇੱਕ ਮਿੰਟ ਯਾਰ ਸਾਡੇ ਸੀਨੀਅਰ ਬੈਠੇ ਨਹੀਂ ਟੱਡਾ ਸਾਹਿਬ ਤੁਸੀਂ ਸਾਡੇ ਨਹੀਂ ਸਤਿਕਾਰ ਕਰੋ ਗੱਲ ਨਹੀਂ ਹੋ ਗਈ ਆਪਾਂ ਕਲੀਅਰ ਹੋ ਗਈ ਕਲੀਅਰ ਉਹ ਗੱਲ ਤਾਂ ਸੁਣ ਲੈ ਇਹ ਤੋਂ ਬਾਅਦ ਪਲੀਜ਼ ਮੇਰੀ ਇੱਕ ਹੁਣ ਬੋਲ ਜਾ ਦੇਖੋ ਪਹਿਲਾ ਗੱਲ ਤਾਂ ਸਾਡੇ ਸਤਿਕਾਰਯੋਗ ਚੱਡਾ ਸਾਹਿਬ ਬੈਠੇ ਆ ਨਛੱਤਰ ਜੀ ਬੈਠੇ ਆ ਸਾਰੇ ਸਤਿਕਾਰਯੋਗ ਕੌਂਸਲਰ ਸਾਹਿਬਾਨ ਵੀ ਬੈਠੇ ਆ ਪਹਿਲਾਂ ਤਾਂ ਜੇ ਕੱਲ ਜਿਹੜੀ ਘਟਨਾਕ੍ਰਮ ਵਾਪਰਿਆ ਪਹਿਲੀ ਗੱਲ ਤਾਂ ਉਹ ਕਿਸੇ ਨਾਲ ਰਿਲੇਟਡ ਸੀ ਸਾਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਜਜ਼ਬਾਤੀ ਹੋ ਕੇ ਕਹਿਤਾ ਉਹ ਗੱਲ ਉਸ ਗੱਲ ਨਾਲ ਜੁੜ ਗਈ ਚਾਹੇ ਇਹਨਾਂ ਦੀ ਮਨਸ਼ਾ ਹੈਗੀ ਸੀ ਚਾਹੇ ਨਹੀਂ ਸੀਗੀ ਜਦੋਂ ਕਿਸੇ ਨੂੰ ਠੇਸ ਪਹੁੰਚਦੀ ਹੈ ਤਾਂ ਉਹਦਾ ਦੁੱਖ ਸਾਰਿਆਂ ਨੂੰ ਹੁੰਦਾ ਹੋ ਸਕਦਾ ਮੇਰੇ ਪ੍ਰਤੀ ਕਈ ਹੁੰਦੀ ਤਾਂ ਮੈਨੂੰ ਵੀ ਉਸ ਗੱਲ ਦਾ ਦੁੱਖ ਲੱਗਦਾ ਕਿਉਂਕਿ ਮੇਰਾ ਇਹਨਾਂ ਨਾਲ ਵੀ ਭਰਾਵਾਂ ਵਾਲਾ ਗੱਲ ਆ ਜੇ ਇਹਨਾਂ ਪ੍ਰਤੀ ਉਹ ਗੱਲ ਕਹਿੰਦਾ ਸ਼ਾਇਦ ਇਹਨਾਂ ਦੇ ਕਹਿਣ ਤੋਂ ਪਹਿਲਾਂ ਮੈਂ ਹੀ ਉਹ ਗੱਲ ਨੂੰ ਕਵਰ ਕਰ ਦਿੰਦਾ ਭਾਈ ਤੂੰ ਕੌਣ ਹੁੰਦਾ ਗੱਲ ਕਹਿਣ ਵਾਲਾ ਦੂਜੀ ਗੱਲ ਜੇ ਬਖਸ਼ੀ ਸਾਹਿਬ ਨੇ ਗਲਤੀ ਕੀਤੀ ਆ ਤਾਂ ਉਹਨਾਂ ਨੂੰ ਇਹਨਾਂ ਕਰਕੇ ਜੇ ਠੇਸ ਪਹੁੰਚੀ ਤਾਂ ਉਹਨਾਂ ਨੂੰ ਰਿਅਲਾਈਜ਼ ਕਰਨਾ ਚਾਹੀਦਾ ਜੇ ਇੱਥੇ ਇਹ ਆਏ ਆ ਦੇਖੋ ਮੇਰੀ ਗੱਲ ਸੁਣੋ ਸਾਡੇ ਇੱਕ ਸਨੇਹ ਤੇ ਆਏ ਆ ਤਾਂ ਇਟ ਮੀਨਸ ਉਹ ਰਿਅਲਾਈਜ਼ ਕੀਤਾ ਤਾਂ ਹੀ ਇੱਥੇ ਆ ਕੇ ਬੈਠੇ ਆ ਸਾਰੇ ਸਾਥੀ ਸਮੇਤ ਤੁਹਾਡੇ ਕੋਲ ਰਿਲਾਈਜ਼ ਕਰਦੇ ਆ ਕਿ ਜੇ ਬਖਸ਼ੀ ਨੇ ਗਲਤੀ ਕੀਤੀ ਆ ਉਹਨਾਂ ਰਿਲੇਟਡ ਨੇ ਜਾਣਬੁੱਝ ਕੇ ਕੀਤੀ ਆ ਸਹਿਵਨ ਕੀਤੀ ਆ ਇਸ ਗੱਲ ਲਈ ਇਹ ਨਹੀਂ ਹੋਣੀ ਚਾਹੀਦੀ ਮੰਦਭਾਗੀ ਹੋਈ ਆ ਅਸੀਂ ਰਿਲਾਈਜ਼ ਕਰਦੇ ਆ ਬਾਕੀ ਮੈਂ ਅਸੀਂ ਫਿਰ ਵੀ ਸਾਡੀ ਸਾਰੇ ਸਮਾਜ ਵੱਲੋਂ ਅਸੀਂ ਤੁਹਾਡੇ ਐਮਸੀ ਸਾਹਿਬ ਦੇ ਅੱਗੇ ਹੱਥ ਜੋੜਦੇ ਆ ਜੇ ਤੁਹਾਡਾ ਆਪਸ ਦੇ ਵਿੱਚ ਕੋਈ ਡਿਸਪਿਊਟ ਹੈਗਾ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਸਾਡੀ ਮੈਂ ਉਹੀ ਮੇਰੀ ਬੇਟੀ ਸੁਣੋ ਕਿਹੜੀ ਇੱਕ ਮਿੰਟ ਉਹ ਸਾਨੂੰ ਨਹੀਂ ਬਣਾਉਂਦੇ ਮੱਖਣ ਭਾਈ ਆਈ ਫੁੱਦੂ ਨਹੀਂ ਹੈਗੇ ਉਹ ਮੇਰੀ ਗੱਲ ਸੁਣ ਆਪਾਂ ਮੇਰੀ ਇੱਕ ਮਿੰਟ ਦੀ ਸੁਣੋ ਸ਼ਬਦ ਨੂੰ ਦੂਜਾ ਰੱਖੀ ਮੇਰੀ ਇੱਕ ਗੱਗੂ ਜੀ ਇੱਕ ਮਿੰਟ ਯਾਰ ਗੱਲ ਭਰਾ ਥੋੜੇ ਮੇਰੇ ਪਲੀਜ਼ ਆਪਾਂ ਪੈਸੇ ਕਰਨੇ ਉਹ ਕਹਿੰਦੇ ਟਾਰਗੇਟ ਕਰਦੇ ਸਾਨੂੰ ਹੋਰ ਟਾਰਗੇਟ ਰੱਖੋ ਉਹ ਮੇਰੀ ਗੱਲ ਸੁਣੋ ਅਸੀਂ ਨਹੀਂ ਕਹਿੰਦੇ ਜਿਹੜੀ ਗੱਲ ਪ੍ਰਧਾਨ ਜੀ ਨੇ ਕੀਤੀ ਤੁਸੀਂ ਕੀਤੀ ਆ ਉਹ ਹੈਗੀ ਆ ਸਾਡੀ ਲੋਕ ਹਿੱਤਾਂ ਦੀ ਲੜਾਈ ਉਹ ਅਸੀਂ ਲੜਨੀ ਆ ਉਹ ਮੇਰੀ ਗੱਲ ਸੁਣੋ ਉਹਦੇ ਵਿੱਚ ਨਾ ਸਾਨੂੰ ਕੋਈ ਰੋਕ ਸਕਦਾ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਲੜਾਂਗੇ ਲੋਕਾਂ ਦੇ ਹੱਕਾਂ ਲਈ ਜੇ ਉਹ ਟਾਰਗੇਟ ਲੈ ਕੇ ਕੋਈ ਵੀ ਹੋਵੇ ਜਿੱਡੀ ਮਰਜ਼ੀ ਵੱਡੀ ਤਾਕਤ ਹੋਵੇ ਟਾਰਗੇਟ ਲੈ ਕੇ ਸਾਡੇ ਨਾਲ ਕੋਈ ਕਰੂਗਾ ਤਾਂ ਅਸੀਂ ਤਾਂ ਬੋਲਣਾ ਹੀ ਅਸੀਂ ਤਾਂ ਨਜਿੱਠਣਾ ਹੀ ਓਏ ਉਹ ਤਾਂ ਤੁਸੀਂ ਉਹਨਾਂ ਨੇ ਜਿਹੜੇ ਤੁਹਾਡੇ ਨਾਲ ਉਹੀ ਗੱਲ ਬੇਇੱਜ਼ਤੀ ਸਾਨੂੰ ਕਦੇ ਅਸੀਂ ਉਹਨਾਂ ਦੇ ਨਾਲ ਚੱਲਦੇ ਨਹੀਂ ਸਾਡੇ ਥਰੂ ਨਾ ਕੱਢੋ ਬਾਈ ਇੱਕ ਮਿੰਟ ਦੂਜੀ ਗੱਲ ਪਤਾ ਉਸ ਦਿਨ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਉਸ ਦਿਨ ਬਖਸ਼ੀ ਸਾਹਿਬ ਨੇ ਜਦੋਂ ਨਾ ਸਾਡਾ ਬੈਂਸ ਲਾ ਕੇ ਜਦੋਂ ਬੈਂਸ ਲਾ ਮੈਂ ਕਿਹਾ ਬਖਸ਼ੀ ਸਾਹਿਬ ਤੁਸੀਂ ਸਾਡੇ ਦੋਸਤ ਆ ਇਕੱਠੇ ਬੜੇ ਮੈਂ ਇੱਦਾਂ ਵੀ ਕਿਹਾ ਵਾ ਸਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੇ ਜਦੋਂ ਸਾਡੀ ਗੱਲ ਸੁਣੀ ਆ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਥੋੜਾ ਬੰਦੇ ਵੀ ਕੱਲ ਹਾਊਸ ਦੇ ਵਿੱਚ ਸਾਡੇ ਕੋਲ ਦੀ ਗੱਲ ਇਹਨਾਂ ਨੇ ਉਸ ਗੱਲ ਦੇ ਵਿੱਚ ਇਹ ਗੱਲ ਕਿਹਾ ਸਚਨ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਇਹਨੇ ਇਹ ਗੱਲ ਕੀਤੀ ਕਹਿੰਦਾ ਉਸ ਦਿਨ ਤੁਸੀਂ ਉਹ 2 ਟਕੇ ਦੇ ਬੰਦੇ ਨਾਲ ਲੈ ਗਏ ਡੀਸੀ ਮੇ ਤੇ ਲੱਗੇ ਉਸ ਦਿਨ ਲੈ ਗਏ ਉਸ ਦਿਨ ਮਤਲਬ ਸਾਡੇ ਨਾਲ ਰਿਲੇਟਡ ਗੱਲ ਜਦ ਕਿ ਆਲਰੇਡੀ ਇਹ ਪਹਿਲੇ ਮੇਰੇ ਘਰ ਬੈਠੇ ਸੀ ਅਸੀਂ ਕੋਈ ਕਿਸੇ ਦੇ ਨਾਲ ਸਾਡੀ ਮਨਸ਼ਾ ਨਹੀਂ ਸਾਡੇ ਉਸ ਗੱਲ ਦੀ ਆਪਾਂ ਨੇ ਖੇਤੀ ਕੀਤੀ ਹੈ ਨਾ ਉਸ ਗੱਲ ਦੀ ਤੁਹਾਡੇ ਸਾਰਿਆਂ ਦੇ ਇੱਥੇ ਆਏ ਦਾ ਤੈਨੂੰ ਜੀ ਮੇਲ ਨਿਵਾਜ ਹੋਊਗਾ ਪਰ ਮੇਰੀ ਇੱਕ ਬੇਨਤੀ ਆ ਸਾਡੇ ਦਿਲ ਮੈਂ ਮੰਗ ਲੈਣਾ ਉਹ ਅਫਸਰ ਤੁਸੀਂ ਜਾਓ ਸਾਡੇ ਦਿਲ ਚ ਇਹਦੇ ਪ੍ਰਤੀ ਕੋਈ ਗੱਲ ਨਹੀਂ ਆ ਪਰ ਇਹਨੂੰ ਚਾਹੀਦਾ ਵੀ ਇੱਕ ਕਰੋ ਬੰਦਾ ਸਹੀ ਗੱਲ ਕਰਦਾ ਅਸੀਂ ਹੁਣ ਇੱਕ ਸ਼ਾਦ ਆਲਾ ਮੈਂ ਬੋਲ ਪਿਆ ਦੱਸ ਜੇ ਮੈਂ ਤੇਰੇ ਮੂਹਰੇ ਮੈਂ ਤੂੰ ਮੇਰੇ ਤੋਂ ਹੈ ਤਾਂ ਛੋਟਾ ਹੀ ਆ ਮੈਂ ਜੋੜ ਦੇਣਾ ਤੇਰੇ ਮੂਹਰੇ ਛੋਟਾ ਨਹੀਂ ਪਤਾ ਮੇਰੀ 47 ਸਾਲ ਏਜ ਆ ਭਾਜੀ ਫੇ ਤੂੰ ਛੋਟਾ ਹੀ ਆ ਪੁੱਤ ਮੇਰੇ ਕੋਲ ਫੇ ਤੈਨੂੰ ਮੈਂ ਢਾਲ ਹੀ ਲੈਣਾ ਕੋਈ ਗੱਲ ਨਹੀਂ ਬਸ ਕਰ ਹੁਣ ਠੀਕ ਆ ਹੁਣ ਜਦ ਮੈਂ ਕਹਿਤਾ ਤੂੰ ਵੱਡੇ ਹੀ ਆ ਮੈਂ ਕਹਿਤਾ ਠੀਕ ਹੈ ਜੀ ਠੀਕ ਆ ਚਲੋ ਉਹ ਮੇਰੀ ਗੱਲ ਇੱਕ ਮਿੰਟ ਜਿੱਥੇ ਐਡਾ ਬੜਾ ਕੋਈ ਗੱਲ ਨਹੀਂ ਇਹ ਵੀ ਕਹਿੰਦਾ ਜਿੱਥੇ ਮੇਰੀ ਗੱਲ ਸੁਣ ਸਾਡੇ ਅਫਸਰ ਆ ਗਏ ਅਸੀਂ ਬੈਠੇ ਆ ਉਹ ਗੱਲ ਸੁਣ ਜੋ ਹੁਣ ਨਛੱਤਰ ਭਾਈ ਨੇ ਜੋ ਫੈਸਲਾ ਸੁਣਾਉਣਾ ਸਾਧਨ ਇਹ ਆਪਾਂ ਖੜੇ ਹੋ ਕੇ ਸਾਡੇ ਸਮਾਜ ਦੇ ਬੰਦੇ ਤਾਂ ਬਹੁਤ ਰਿਸਪੈਕਟ ਕਰਦੇ ਆ ਇਹ ਨਾ ਸੋਚਿਓ ਹੁਣ ਚੱਲਦੀ ਪਈ ਸੀਗੀ ਸਮਾਜ ਦੀ ਲੜਾਈ ਇਸ ਕਰਕੇ ਸਾਡੇ ਨਹੀਂ ਅਸੀਂ ਨਹੀਂ ਆਏ ਸਮਾਜ ਦੀ ਲੜਾਈ ਤੂੰ ਕੱਲਾ ਸਮਾਜ ਤੂੰ ਕੱਲਾ ਮੈਂ
ਹੋਈ ਕਿ ਤੂੰ ਕਿਹੜਾ ਮੁੰਡੇ ਅਸੀਂ ਬਾਹਰ ਹੋ ਗਏ ਅਸੀਂ ਅੰਦਰ ਹੋ ਗਏ ਗੱਲ ਕਰ ਦਿੰਦੇ ਸਾਨੂੰ ਦੋ ਗੱਲਾਂ ਦੱਸਦੇ ਤੁਸੀਂ ਆਪਣਾ ਵੰਡੀਆਂ ਵਿਆਹ ਸਮਾਜ ਆ ਸਮਾਜ ਹੈ ਸਾਰਿਆਂ ਦਾ ਜੇ ਮੈਂ ਕਹਾਂ ਮੈਂ ਇਕੱਲੇ ਨਹੀਂ ਸਾਰੇ ਅਸੀਂ ਵੀ ਵਾਲਮੀਕੀ ਅਸੀਂ ਵੀ ਰਵਿਦਾਸੀ ਆ ਸਾਰੇ ਹੀ ਅਸੀਂ ਹੱਲ ਕਿਵੇਂ ਹੋਏਗਾ ਬਖਸ਼ੀ ਸਾਹਿਬ ਬੋਲੋ ਜੀ ਸਾਡਾ ਸਮਾਜ ਹੱਲ ਕਿਵੇਂ ਹੋਏਗਾ ਨਹੀਂ ਸਾਡੇ ਸਮਾਜ ਦਾ ਤੁਹਾਡੇ ਬੰਦੇ ਕਹਿੰਦੇ ਨਹੀਂ ਯਾਰ ਇਹ ਕਿੱਦਾਂ ਹੋ ਜਾਂਦੀ ਹੈ ਬਖਸ਼ੀ ਸਾਹਿਬ ਇੱਕ ਮਿੰਟ ਇਹ ਕਹੋ ਬਈ ਬਹੁਤ ਇਨਸਾਨ ਹੈ ਤਾਂ ਗੱਗੂ ਮੈਨੂੰ ਕਿੱਦਾਂ ਕਹਿੰਦੇ ਤੁਹਾਡਾ ਕਿਹਦਾ ਬੰਦਾ ਯਾਰ ਕਿਉਂ ਜਾਣਾ ਯਾਰ ਹੋ ਗਈ ਆਪਾਂ ਬੈਠੇ ਤਾਂ ਚਲੋ ਜੀ ਬਖਸ਼ੀ ਸਾਹਿਬ ਬਖਸ਼ੀ ਬਾਈ ਕਰੋ ਬਈ ਆਪਾਂ ਭਾਜੀ ਆਪਣੇ ਕਹਿਣ ਉਹ ਭਾਜੀ ਇਸ ਗੱਲ ਦੇ ਵਿੱਚ ਚੁੱਪ ਜਾ ਭਾਜੀ ਪਹਿਲਾਂ ਤਾਂ ਮੈਂ ਸਾਰਿਆਂ ਦੇ ਇੱਥੇ ਜਿਹੜੇ ਆਏ ਹੈਗੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਬਟ ਇਹ ਨਾਲ ਬੇਨਤੀ ਕਰਦਾ ਕਿ ਜਿਹੜੀ ਕੱਲ ਕੋਈ ਗਲਤਫਹਿਮੀ ਇਹਨੂੰ ਹੋਈ ਹੈ ਕਿ ਮੈਂ ਇਹਨਾਂ ਦੇ ਬਾਰੇ ਕਿਹਾ ਇਹ ਮੈਂ ਬਿਲਕੁਲ ਮੈਂ ਇਸ ਚੀਜ਼ ਦੇ ਉੱਪਰ ਮੈਂ ਕਹਾਂ ਕਿ ਮੈਂ ਇਹਨਾਂ ਨੂੰ ਕੋਈ ਕਿਸੇ ਨਾ ਸਮਾਜ ਨੂੰ ਨਾ ਕਿਸੇ ਦਾ ਬੰਦੇ ਦਾ ਨਾਮ ਲੈ ਕੇ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਿਹਦੇ ਬਾਰੇ ਕੀਤਾ ਸੀ ਹੈਗਾ ਆ ਉਹਦੇ ਬਾਰੇ ਮੈਂ ਸਪਸ਼ਟ ਕਰਤਾ ਕਿ ਉਹ ਬੰਦੇ ਜਿਹੜੇ ਗਲਤ ਘਟੀਆ ਰਾਜਨੀਤੀ ਕਰਦੀ ਹੈ ਜਿਨ੍ਹਾਂ ਬੰਦਿਆਂ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਸ ਬੰਦੇ ਨੂੰ ਦੱਸ ਦਿੱਤਾ ਗਿਆ ਹੈ ਕਿ ਸਮਾਜ ਨੇ ਤੁਹਾਨੂੰ ਐਕਸੈਪਟ ਨਹੀਂ ਕੀਤਾ ਪਰ ਫਿਰ ਵੀ ਆਪਾਂ ਉਸ ਗੱਲ ਦੀ ਉੱਪਰ ਰਾਜਨੀਤੀ ਕਰਦੇ ਪਏ ਆ ਉਹਨਾਂ ਬੰਦਿਆਂ ਬਾਰੇ ਗੱਲ ਕਹੀ ਗਈ ਸੀ ਨਾ ਤੁਹਾਡੇ ਬਾਰੇ ਕੋਈ ਪਰਸਨਲ ਟਾਰਗੇਟ ਕਰਕੇ ਕੀਤਾ ਗਿਆ ਨਾ ਹੀ ਕਿਸੇ ਹੋਰ ਇਹਨਾਂ ਦੇ ਪਿਛਲੀ ਟਰਮ ਦੇ ਵਿੱਚ ਲੋਕਾਂ ਨੇ ਤੁਹਾਨੂੰ ਵੀ ਤਾਂ ਨਕਾਰ ਦਿੱਤਾ ਸੀਗਾ ਉਦੋਂ ਵੀ ਤੁਹਾਨੂੰ ਵੀ ਨਕਾਰ ਕੀਤਾ ਸੀ ਕਿਹਾ ਸੀ ਮੇਰੀ ਮਨਸ਼ਾ ਹੈ ਨਹੀਂ ਪਰ ਫਿਰ ਵੀ ਜੇ ਮੇਰੇ ਕਰਕੇ ਉਹ ਇੱਕ ਮਿੰਟ ਜੇ ਮੇਰੇ ਕਰਕੇ ਮੇਰੇ ਬੋਲਾਈ ਕਰਕੇ ਇਹਨਾਂ ਨੂੰ ਕੋਈ ਠੇਸ ਪਹੁੰਚੀ ਜਾਂ ਇਹਨਾਂ ਨੂੰ ਮਨ ਨੂੰ ਦੁਖੀ ਹੋਇਆ ਮੈਂ ਉਹਦੇ ਲਈ ਇਹਨਾਂ ਕੋਲ ਮਾਫੀ ਮੰਗਦਾ ਹਾਂ ਮੈਂ ਇਦਾਂ ਕੋਈ ਮਨਸ਼ਾ ਨਹੀਂ ਸੀ ਬੈਠ ਜਾ ਗੱਲ ਕਰ ਇੰਨੀ ਗੱਲ ਕਰ ਉਹਦੀ ਬੈਠ ਅੱਜ ਅਸੀਂ ਸਾਰੇ ਸਤਿਕਾਰਯੋਗ ਜ਼ਿੰਮੇਵਾਰ ਸਾਥੀ ਇਕੱਠੇ ਹੋਏ ਹਾਂ ਕੱਲ੍ਹ ਕੋ ਨਗਰਪਾਲਿਕਾ ਦੀ ਮੀਟਿੰਗ ਦੇ ਅੰਦਰ ਅਜਿਹੇ ਸ਼ਬਦ ਜਿਹੜੇ ਮਾਨਯੋਗ ਬਖਸ਼ੀ ਜੀ ਵੱਲੋਂ ਕਹੇ ਗਏ ਉਹਦੀ ਜਿਹੜੀ ਸਾਰੇ ਭਰਾਵਾਂ ਨੂੰ ਠੇਸ ਪਹੁੰਚੀ ਸੀ ਔਰ ਅੱਜ ਸਾਰੇ ਸਤਿਕਾਰਯੋਗ ਪੁਰਸ਼ੋਤਮ ਜੱਡਾ ਜੀ ਮਾਨਯੋਗ ਲਲਿਤ ਮੋਹਨ ਪਾਠਕ ਜੀ ਪਰਮ ਸਿੰਘ ਜੀ ਖਾਲਸਾ ਜੀ ਚੇਤਰਾਮ ਰਤਨ ਜੀ ਔਰ ਮਾਨਯੋਗ ਪ੍ਰਿਥੀ ਚੰਦ ਜੀ MC ਸਾਹਿਬ ਔਰ ਸਾਡੇ ਭਰਾ ਸਤਿਕਾਰਯੋਗ ਗੱਗੂ ਜੀ ਵਿੱਕੀ ਗਿੱਲ ਜੀ ਸੂਰਜ ਖੋਸਲਾ ਸਾਹਿਬ ਔਰ ਵੱਧਣ ਜੀ ਸਾਰੇ ਸਤਿਕਾਰਯੋਗ ਸਾਥੀ ਇਕੱਠੇ ਹੋਏ ਔਰ ਆਪਾਂ ਨਵਾਂ ਸ਼ਹਿਰ ਦੇ ਅੰਦਰ ਜਿਹੜੀ ਆ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਸਾਰੇ ਭਰਾ ਜਿਹੜੇ ਆ ਆਪਾਂ ਰਲ ਮਿਲ ਕੇ ਰਹਿਣਾ ਛੋਟਾ ਜਿਹਾ ਸ਼ਹਿਰ ਹੈ ਔਰ ਬਖਸ਼ੀ ਸਾਹਿਬ ਨੇ ਇਸ ਗੱਲ ਨੂੰ ਰਿਲਾਈਜ਼ ਕੀਤਾ ਵੀ ਜੇ ਮੇਰੇ ਕੋਲ ਕਿਤੇ ਸਹਿਬਨ ਇੱਦਾਂ ਕਿਹਾ ਗਿਆ ਜੇ ਕਿਸੇ ਦੇ ਮਨ ਨੂੰ ਤਕਲੀਫ ਹੋਈ ਹੈ ਤਾਂ ਮੈਂ ਉਹਦੀ ਸੌਰੀ ਫੀਲ ਕਰਦਾ ਔਰ ਇਸ ਕਰਕੇ ਸਾਰੇ ਭਰਾ ਜੇ ਇਕੱਠੇ ਹੋਏ ਆ ਅੱਗੇ ਤੋਂ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਅੱਗੇ ਤੋਂ ਕੋਈ ਵੀ ਕਮੀ ਪੇਸ਼ੀ ਆਪਾਂ ਇੱਦਾਂ ਬੈਠ ਕੇ ਹੱਲ ਕਰਾਂਗੇ ਕਿਉਂਕਿ ਸਾਡਾ ਛੋਟਾ ਜਿਹਾ ਸ਼ਹਿਰ ਆਪਾਂ ਸਾਰੇ ਇੱਕ ਦੂਸਰੇ ਦੇ ਭਰਾ ਆ ਆਪਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਆਪਾਂ ਕੋਈ ਆਪਸ 'ਚ ਜਿਹੜਾ ਸਮਾਜਿਕ ਪਾੜਾ ਨਹੀਂ ਵਧਾਉਣਾ ਇਸ ਕਰਕੇ ਸਾਰੇ ਸਾਥੀ ਆਏ ਆ ਮੈਂ ਮਾਨਯੋਗ ਗੱਗੂ ਜੀ ਦਾ ਗਿੱਲ ਸਾਹਿਬ ਦਾ ਪੁਰਸ਼ੋਤਮ ਜੱਡਾ ਜੀ ਦਾ ਔਰ ਪ੍ਰਿਥੀ ਜੀ ਦਾ ਖਾਲਸਾ ਜੀ ਦਾ ਪਾਠਕ ਸਾਹਿਬ ਦਾ ਚੇਤਰਾਮ ਰਤਨ ਜੀ ਦਾ ਔਰ ਮਾਨਯੋਗ ਬਖਸ਼ੀ ਜੀ ਜਿਨ੍ਹਾਂ ਨੇ ਵੱਡਾ ਜਿਗਰਾ ਕਰਕੇ ਆਪਣੀ ਗੱਲ ਨੂੰ ਰਿਲਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਦਾ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਪੁਰਸ਼ੋਤਮ ਜੱਡਾ ਜੀ ਉਹ ਤੁਹਾਡੇ ਨਾਲ ਇੱਕ ਮਿੰਟ ਆਪਣੀ ਗੱਲ ਕਰਨ ਅੱਜ ਦਾ ਜੋ ਨਗਰ ਕੌਂਸਲ ਦੇ ਵਿੱਚ ਜੋ ਪਿਛਲੀ ਦਿਨੀ ਕੁਝ ਮੁੱਦਾ ਇੱਕ ਵਾਪਰਿਆ ਸੀਗਾ ਉਹਦੇ ਸਬੰਧ 'ਚ ਅਸੀਂ ਸਾਡੇ ਸਤਿਕਾਰਯੋਗ ਗੱਗੂ ਭਾਜੀ ਵਿੱਕੀ ਗਿੱਲ ਜੀ ਪ੍ਰਧਾਨ ਸਾਹਿਬ ਤੇ ਆਪਣੇ MC ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸੂਰਜ ਖੋਸਲਾ ਜੀ ਨੰਨੀ ਜੀ ਔਰ ਸਤਿਕਾਰਯੋਗ ਖਾਲਸਾ ਜੀ MC ਸਾਹਿਬ ਬੱਦਨ ਜੀ ਬੱਲੂ ਸਾਡੇ ਸਾਬਕਾ ਪ੍ਰਧਾਨ ਜੀ MC ਸਾਹਿਬ ਔਰ ਚੇਤਰਾਮ ਰਤਨ ਜੀ MC ਸਾਹਿਬ ਔਰ ਅੱਜ ਸਾਰੇ ਇਹਨਾਂ ਸਾਥੀਆਂ ਨੇ ਭਾਈਚਾਰੇ ਨੇ ਅੱਜ ਡਾਕਟਰ ਨਛੱਤਰਪਾਲ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਮੈਂ ਕਹਾਂਗਾ ਬਹੁਤ ਵਧੀਆ ਜਾਣੀ ਕਿ ਇੱਕ ਸਮਾਜਿਕ ਭਾਈਚਾਰਾ ਜਿਹੜਾ ਕਿ ਬਹੁਤ ਇਸ ਸਮਾਜਿਕ ਭਾਈਚਾਰੇ ਨੂੰ ਹੋਰ ਪਾਸੇ ਗੱਲ ਚਲੀ ਜਾਣੀ ਸੀ ਮੈਨੂੰ ਮੈਂ ਕਹਾਂਗਾ ਵੀ ਵਾਲਮੀਕੀ ਸਮਾਜ ਦੇ ਸਾਥੀਆਂ ਦੀ ਬਹੁਤ ਵਧੀਆ ਮੈਂ ਕਹਾਂਗਾ ਸੋਚ ਕਹਾਂਗਾ ਵੱਲੋਂ ਵੀ ਉਹਨਾਂ ਨੇ ਐਟ ਦੀ ਪੁਆਇੰਟ ਸਮਝ ਕੇ ਗੱਲ ਜਿਹੜੀ ਹੈਗੀ ਆ ਵੀ ਬਖਸ਼ੀ ਸਾਡੇ ਸਰਕਾਰ ਜਿਨ੍ਹਾਂ ਨੇ ਉਹਨਾਂ ਦਾ ਗਲਤਫਹਿਮੀ ਹੋਈ ਸੀਗੀ ਉਹਨਾਂ ਨੇ ਬਖਸ਼ੀ ਜੀ ਨੇ ਆਪਣੀ ਮਾਫੀ ਮੰਗ ਕੇ ਪੂਰੀ ਪੰਚਾਇਤ ਦੇ ਅੰਦਰ ਆਪਣੀ ਗਲਤੀ ਦਾ ਸਾਫ਼ ਕੀਤਾ ਤੇ ਮੈਂ ਸਾਰੇ ਖਾਸ ਕਰਕੇ ਜਿਹੜਾ ਵਿੱਕੀ ਗਿੱਲ ਜੀ ਦਾ ਜਿੰਨੀ ਵੀ ਟੀਮ ਆਈ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਹਾਂਜੀ ਸਾਰਿਆਂ ਦਾ ਧੰਨਵਾਦ ਔਰ ਸੋ ਤੁਸੀਂ ਪੂਰੀ ਵੀਡੀਓ ਦੇਖ ਲਈ ਹੈ ਜਿਹੜਾ ਸ਼ਹਿਰ ਦਾ ਭਾਈਚਾਰਾ ਉਹ ਬਣਿਆ ਰਵੇ ਔਰ ਦਿਖਾ ਦਿਓ ਹੁਣ ਉਧਰ
ਗੱਗੂ ਜੀ ਤੇ ਉਹਨਾਂ ਦੀ ਆਪਸ ਵਿੱਚ ਗੱਗੂ ਜੀ ਔਰ ਬਖਸ਼ੀ ਉਹਨਾਂ ਦੇ ਗਲਵੱਕੜੀ ਪੈ ਗਈ ਹੈ, ਗਲਵੱਕੜੀ ਪੈ ਗਈ ਹੈ। ਔਰ ਮੈਂ ਇੱਥੇ ਇੱਕ ਚੀਜ਼ ਇਹਨਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ ਬਾਈ ਜੀ, ਤੁਹਾਡਾ ਸਮਾਜ ਸਾਡਾ ਸਮਾਜ ਇੱਕੋ ਗੱਲ ਹੈ। ਹਾਂ ਇਹ ਗੱਲ ਹਾਂ ਬਾਅਦ ਚ ਕਰ ਲੈਂਦੇ, ਬਾਅਦ ਚ ਗੱਲ ਕਰ ਲੈਂਦੇ ਆ। ਤੇ ਇਹ ਸਾਨੂੰ ਵੰਡੀਆਂ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ। ਸ਼ਹਿਰ ਸਭ ਦਾ ਇੱਕ ਹੈ, ਗੁਰੂ ਸਾਰਿਆਂ ਦੇ ਸਾਂਝੇ ਹੁੰਦੇ ਆ। ਔਰ ਜਿਹੜੀ ਇਹਦੇ ਗੱਲ ਹੁਣ ਨਜ਼ਰ ਆਈ ਹੈ ਕਿ ਬਖਸ਼ੀ ਉਹਨਾਂ ਤੋਂ ਕੱਲ ਸਲਿਪ ਆਫ ਟੰਗ ਕਹਿ ਲਈ ਜਾਂ ਲੂਜ਼ ਸਟਾਕ ਦੇ ਤਹਿਤ ਅਪਸ਼ਬਦ ਬੋਲੇ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਰਿਅਲਾਈਜ਼ ਕੀਤਾ, ਮਾਫੀ ਮੰਗੀ। ਔਰ ਉਹਨਾਂ ਦੇ ਜਿਹੜੇ ਹੋਰ ਸਾਥੀ ਆਏ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਰਿਅਲਾਈਜ਼ ਕਰਦੇ ਹਾਂ, ਚਾਹੇ ਉਹ ਬੱਲੂ ਪ੍ਰਧਾਨ ਜੀ ਆ, ਚਾਹੇ ਮੱਖਣ ਜੀ ਸੀ, ਸਾਰਿਆਂ ਨੇ ਕਿਹਾ ਕਿ ਅਸੀਂ ਰਿਅਲਾਈਜ਼ ਕਰਦੇ ਹਾਂ ਵੀ ਇਹਨਾਂ ਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ। ਅੱਗੇ ਤੋਂ ਵੀ ਸ਼ਬਦਾਂ ਦੀ ਚੋਣ ਕਰਕੇ ਬੋਲਣਾ ਚਾਹੀਦਾ ਤਾਂ ਕਿ ਕੋਈ ਹਰਟ ਨਾ ਹੋਵੇ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਗਲਵੱਕੜੀ ਵੀ ਪਈ ਹੈ। ਔਰ ਇਹ ਜਿਹੜੀ ਭਾਈਚਾਰਕ ਸਾਂਝ ਆ ਇੱਦਾਂ ਹੀ ਰਹਿਣੀ ਚਾਹੀਦੀ ਹੈ। ਔਰ ਸਾਨੂੰ ਵੀ ਨਾਪ ਤੋਲ ਕੇ ਬੋਲਣਾ ਚਾਹੀਦਾ ਤਾਂ ਕਿ ਕੋਈ ਸਾਡੀ ਵਜ੍ਹਾ ਨਾਲ ਹਰਟ ਨਾ ਹੋਵੇ। ਔਰ ਆਵਾਜ਼ ਮਾਰ ਰਹੇ ਹੋ ਜੀ? ਹਾਂਜੀ ਹੋਰ ਚੱਡਾ ਸਾਹਿਬ, ਮੈਂ ਤੈਨੂੰ ਪਛਾਣ ਨਹੀਂ, ਮੈਂ ਤਾਂ ਬਾਜ ਮਾਰ ਰਿਹਾ। ਹਾਂ ਤੁਹਾਡਾ ਵਰਜਨ ਲੈ ਲਿਆ ਸੀ ਪਹਿਲਾਂ। ਅੱਛਾ ਮੈਨੂੰ ਪਤਾ ਲੱਗ ਗਿਆ। ਹੋਰ ਕਿਦਾਂ? ਠੀਕ ਠਾਕ ਜੀ, ਡੈਡੀ ਕਿਦਾਂ? ਠੀਕ ਹੈ ਜੀ, ਲਾਈਵ ਚੱਲ ਰਿਹਾ ਜੀ। ਅੱਛਾ ਜੀ ਚਲੋ ਚੱਡਾ ਸਾਹਿਬ ਦਾ ਬਹੁਤ ਅੱਛਾ ਰੋਲ ਰਿਹਾ, ਬਹੁਤ ਅੱਛਾ ਰੋਲ ਰਿਹਾ। ਸਾਰਿਆਂ ਨੇ ਮਸਲੇ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਨਛੱਤਰਪਾਲ ਜੀ ਕਿੱਥੇ ਚਲੇ ਗਏ? ਨਛੱਤਰਪਾਲ ਜੀ ਨੇ ਬਹੁਤ ਅੱਛਾ ਰੋਲ ਨਿਭਾਇਆ ਅੱਜ ਇਸ ਪਾੜੀ ਨੂੰ ਬਟਾਉਣ ਲਈ। ਧੰਨਵਾਦ ਜੀ ਤੁਹਾਡਾ ਬਹੁਤ। ਆਓ ਦੋ ਸ਼ਬਦ ਤੁਹਾਡੇ ਪਹਿਲਾਂ ਭਾਵ ਰਹਿ ਗਏ ਸੀ। ਸੂਰੀ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵਾ ਜਿਹੜਾ ਤੁਸੀਂ ਸਾਡੀ ਅੱਜ ਦੀ ਇਸ ਆਵਾਜ਼ ਨੂੰ ਬੁਲੰਦ ਕੀਤਾ। ਸਾਡੀ ਬਾਲਮੀ ਭਾਈਚਾਰੇ ਨੇ ਨਾਲ ਜੋ ਇਹਨਾਂ ਨੇ ਸਮਾਜ ਨੂੰ ਸਾਨੂੰ ਗਲਤ ਬੋਲਿਆ ਸੀ ਉਹਦੀ ਇਹਨਾਂ ਨੇ ਮਾਫੀ ਮੰਗ ਕੇ। ਪਰ ਮੈਨੂੰ ਇੱਕ ਰੋਸ ਹੈ ਜੀ, ਹਾਂਜੀ ਹਾਂਜੀ ਜੇ ਅਸੀਂ ਹੁਣ ਕਹਿੰਦੇ ਕਿ ਬਾਲਮੀਕੀ ਭਾਈਚਾਰਾ ਸਾਡਾ ਤਾਂ ਸਾਡਾ ਵੀ ਹੈ ਯਾਰ, ਹੈ ਹੀ ਆ, ਤੁਹਾਡਾ ਹੀ ਸਾਰਿਆਂ ਦਾ ਸਾਂਝਾ ਹੈ ਹੀ ਆ। ਵਿੱਚ ਬੋਲਣ ਨਹੀਂ ਦਿੰਦੇ, ਕਹਿੰਦੇ ਨਹੀਂ ਉਹ ਨਹੀਂ ਚਲੋ ਕੋਈ ਥੋੜਾ ਜਿਹਾ ਤਲਖੀ ਦਾ ਟਾਈਮ ਸੀਗਾ। ਨਹੀਂ ਹੈਗਾ ਹੀ ਆ, ਸਾਡਾ ਵੀ ਹੈ। ਇਹ ਜੋ ਹਿੰਦੂ ਧਰਮ ਹੈ ਹੀ ਰਮਾਇਣ ਦੇ ਸਿਰ ਤੇ ਆ। ਰਮਾਇਣ ਵਿੱਚ ਤਾਂ ਭਗਵਾਨ ਵਾਲੀ ਮਹਾਰਾਜ ਇਨਸਾਨੀਅਤ ਨੂੰ ਮੰਨਦੇ ਆ, ਤੁਸੀਂ ਸਾਡੇ ਭਰਾ ਹੈ, ਚਾਹੇ ਧਰਮ ਵੱਖਰਾ ਹੋਵੇ ਚਾਹੇ ਰੰਗ ਵੱਖਰੇ ਹੋਣ। ਸੂਰੀ ਸਾਹਿਬ, 9 ਨਰਾਤੇ 10ਵਾਂ ਦੁਸ਼ਹਿਰਾ ਦੀਵਾਲੀ ਦਾ ਤਿਉਹਾਰ ਨਾ ਹੁੰਦਾ ਜੇ ਧਰਤੀ ਤੇ ਭਗਵਾਨ ਵਾਲਮੀਕੀ ਅਵਤਾਰ ਨਾ ਹੁੰਦਾ। ਜੈ ਵਾਲਮੀਕੀ। ਸਾਰੇ ਸਤਿਕਾਰ ਕਰਦੇ ਨੇ ਜੀ। ਸੂਰਜ ਜੀ ਬਸ ਅੱਜ ਦਾ ਜਿਹੜਾ ਵੀ ਸਾਡਾ ਰੋਸ ਸੀਗਾ ਇਹ ਬਖਸ਼ੀ ਨਾਲ, ਉਹ ਇਹੀ ਰੋਸ ਸੀਗਾ ਵੀ ਸਾਡੇ ਮੋਹਤਵਾਰ ਬੰਦਿਆਂ ਨੂੰ ਥੋੜਾ ਜਿਹਾ ਉਹਨਾਂ ਨੇ ਉਹ ਗਲਤ ਬੋਲਿਆ ਸੀਗਾ। ਤੇ ਚਲੋ ਅੱਜ ਉਹ ਆਪਣੀ ਸੌਰੀ ਫੀਲ ਕਰ ਗਏ ਆ। ਤੇ ਚਲੋ ਅਸੀਂ ਸਾਰਿਆਂ ਨਾਲ ਰਲ ਕੇ ਬੈਠ ਕੇ ਇਕੱਠਿਆਂ ਨਾਲ ਚਾਹ ਪੀ ਲਈ ਆ। ਉਸ ਤੋਂ ਜਿਹੜਾ ਰੋਸ ਚਾਹ ਹੁਣ ਅਸੀਂ ਵੀ ਪੀ ਲੈਂਦੇ ਅੰਦਰ। ਗੱਗੂ ਜੀ ਨਾਲ ਕਰ ਲਈਏ ਮੁਲਾਕਾਤ, ਨਹੀਂ ਤਾਂ ਉਹਨਾਂ ਨੇ ਨਾਰਾਜ਼ ਹੋ ਜਾਣਾ। ਸਾਡੀ ਹੜਤਾਲ ਬਾਰੇ ਵੀ ਪੁੱਛ ਲਓ। ਹਾਂ ਹੜਤਾਲ ਬਾਰੇ ਜ਼ਰੂਰ ਦੱਸ ਦਿਓ। ਹੜਤਾਲ ਬਾਰੇ ਗੱਲ ਕਰਨਾ ਜ਼ਿਆਦਾ ਜ਼ਰੂਰੀ ਹੈ। ਹੜਤਾਲ ਬਾਰੇ ਗੱਲ ਕਰ ਲਓ ਜੀ, ਕਹਿੰਦੇ ਹੜਤਾਲ ਵਾਲੀ ਗੱਲ ਰਹਿ ਗਈ ਆ। ਕਿਹੜੀ ਹੜਤਾਲ ਬਣੀ? ਜਿਹੜੀ ਹੜਤਾਲ ਚੱਲਦੀ ਆ। ਹਾਂਜੀ ਜਿਹੜੀ ਹੜਤਾਲ ਚੱਲਦੀ, ਮੈਂ ਤਾਂ ਹੁਣ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਇਹ ਜਿੱਦਾਂ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਤੇ ਸਾਡੇ ਮਾਨਯੋਗ ਸਚਿਨ ਦੀਵਾਨ ਜੀ, ਉਹਨਾਂ ਨੇ ਸਾਨੂੰ ਕਹਿ ਕੇ 50% ਦੀ ਸਿਰਫ ਹੜਤਾਲ ਕੀਤੀ ਸੀ। ਤੇ ਹੁਣ ਜਿੱਦਾਂ ਸਾਡਾ ਟਾਰਗੇਟ ਸੀਗਾ ਵੀ ਅਸੀਂ ਕੰਪਲੀਟ ਜਿਹੜਾ ਘਰਾਂ ਦਾ ਕੂੜਾ ਵੀ, ਰੈਸਟੋਰੈਂਟਾਂ ਦਾ ਵੀ ਇਹ ਚੁੱਕਣਾ ਬੰਦ ਕਰ ਦੇਣਾ। ਪਰ ਸਾਨੂੰ ਦੁਬਾਰਾ ਫੇਰ ਅੰਦਰੋਂ ਫੋਨ ਆ ਗਿਆ ਵੀ ਪਲੀਜ਼ ਤੁਸੀਂ ਇਹ ਨਹੀਂ ਬੰਦ ਕਰਨਾ। ਸਾਡਾ ਸ਼ਹਿਰ ਦੇ ਵਿੱਚੋਂ ਤੁਸੀਂ ਜੇ ਕੂੜਾ ਚੁਕਾਉਣਾ ਨਹੀਂ ਤਾਂ ਹੋਰ ਨਾ ਪਲੀਜ਼ ਸਾਡੀ ਸੁਣਵਾਈ ਕਰੋ। ਸੂਰਜ ਤੁਸੀਂ ਕਹਿੰਦੇ ਸੀ ਗੱਲ ਮਨਵਾਉਣੀ ਆਉਂਦੀ ਹੈ, ਪਰ ਸਰਕਾਰ ਫਿਰ ਨਹੀਂ ਮੰਨ ਰਹੀ, ਟਸ ਤੋਂ ਮਸ ਨਹੀਂ ਹੋ ਰਹੀ। ਆਪਣੇ ਰੇੜ ਕੇ ਨਹੀਂ ਸੋਲਵ ਹੋ ਰਹੇ। ਹੈਡਲਾਈਨਸ ਦੇਖੋ, ਸਿੱਧੂ ਨਾਲ ਰੇੜਕਾ, ਕੈਪਟਨ ਸਾਹਿਬ ਦਾ ਕਿਸੇ ਹੋਰ ਨਾਲ ਰੇੜਕਾ, ਪਰ ਜਿਹੜਾ ਇਹ ਸ਼ਹਿਰ ਵਾਸੀਆਂ ਦਾ ਰੇੜਕਾ ਇਹ ਕਦੋਂ ਸੋਲਵ ਹੋਏਗਾ? ਜਦੋਂ ਸਾਡੀ ਗੱਲ ਕਰਨ ਦੀ ਵਾਰੀ ਆਉਂਦੀ ਉਹ ਆਪਸ ਵਿੱਚ ਹੀ ਲੜ ਪੈਂਦੇ ਆ। ਹੈ ਕੋ ਦਿੱਲੀ ਨੂੰ ਦੌੜੇ ਹੁੰਦੇ ਜਦੋਂ ਅਸੀਂ ਰੈਲੀ ਰੱਖ ਲੈਂਦੇ ਹੈ। ਹੁਣ ਸਾਡੀ ਗੱਲ ਕਿਦਾਂ ਫਿਰ ਅਸੀਂ ਵੀ ਬੈਠੇ ਆ, ਉਹਨਾਂ ਚੱਕਰ ਅਸੀਂ ਵੀ ਬੈਠੇ ਹੀ ਆ। ਅਸੀਂ ਕਿਹੜਾ ਉੱਠ ਕੇ ਨੱਠ ਜਾਣਾ? ਅਸੀਂ ਦਿੱਲੀ ਨੂੰ ਥੋੜ੍ਹਾ ਨੱਠਣਾ, ਅਸੀਂ ਤਾਂ ਇੱਥੇ ਬੈਠੇ ਰਹਿਣਾ। ਅਸੀਂ ਜਿਹੜੇ ਬੈਠੇ ਆ, ਪਰ ਸਾਡਾ ਸ਼ਹਿਰਦਾਰਾਂ ਨਾਲ ਬੜਾ ਸਾਥ ਦਿੱਤਾ ਇਸ ਗੱਲ ਦੇ ਵਿੱਚ, ਸਾਡੀ ਹੜਤਾਲ ਦੇ ਵਿੱਚ। ਇਹ ਜਿਹੜੀ ਮੰਗ ਆ, ਇਹ ਜਿਹੜੀ ਕੱਚੇ ਬੰਦੇ ਪੱਕੇ ਕਰਨੇ, ਇਹ ਕੱਲੀ ਵਾਲਮੀਕੀ ਸਮਾਜ ਦੀ ਨਹੀਂ ਮੰਗ, ਅਸੀਂ ਸਾਰਿਆਂ ਦੀ ਕਰਦੇ ਆ। ਦਫ਼ਤਰ ਦੇ ਵਿੱਚ ਮਤਲਬ ਹੋਰ ਬਰਾਦਰੀ ਦੇ ਵੀ ਆ ਬੈਠੇ, ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਆ, ਅਸੀਂ ਉਹਨਾਂ ਨੂੰ ਵੀ ਚਾਹੁੰਦੇ ਆ। ਕੁਝ ਬੰਦੇ ਸਕੂਲਾਂ ਦੇ ਵਿੱਚ ਆ, ਅਸੀਂ ਉਹ ਵੀ ਚਾਹੁੰਦੇ ਆ। ਕਰੋਨਾ ਦੇ ਵਿੱਚ ਕੰਮ ਕੱਲੇ ਸੇਵਕਾਂ ਨੇ ਨਹੀਂ ਕੀਤਾ, ਹਸਪੀਟਲ ਦੇ ਵਿੱਚ ਕੀਤਾ। ਜਿਹੜੇ ਕੱਚਾ ਸਟਾਫ ਆ ਸਾਰਾ ਹੀ, ਜਿਹੜੀਆਂ ਨਰਸਾਂ ਕੱਚੀਆਂ ਆ,
ਹੈ ਤੇ ਹੋਰ ਵੀ ਮਤਲਬ ਕਾਫੀ ਸਟਾਫ ਹੈਗਾ ਕੱਚਾ, ਸਫਾਈ ਸੇਵਕ ਉੱਥੇ ਵੀ ਕੱਚੇ ਆ। ਅਸੀਂ ਸਾਰਿਆਂ ਦੀ ਗੱਲ ਕਰਦੇ ਆ ਵੀ ਸਾਰਿਆਂ ਦੇ ਗੱਲ ਮਤਲਬ ਇਹ ਜਿਹੜੀ ਆ ਮੰਨ ਹੋਣੀ ਚਾਹੀਦੀ ਆ ਵੀ ਸਾਰੇ ਬੰਦੇ ਪੱਕੇ ਹੋਣ। ਪਾਠਕ ਸਾਹਿਬ ਤੁਸੀਂ ਕੁਝ ਕਹਿਣਾ ਚਾਹੋ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ? ਮੈਂ ਤਾਂ ਇਹੀ ਕਹਿੰਦਾ ਕਿ ਇਹ ਹੜਤਾਲ ਖੁੱਲ੍ਹਣੀ ਚਾਹੀਦੀ ਆ। ਮੈਂ ਇਹ ਸਫਾਈ ਸੇਵਕ ਯੂਨੀਅਨ ਦਾ ਧੰਨਵਾਦ ਕਰਦਾ ਆ ਕਿ ਇਹ ਸ਼ਹਿਰਦਾਰਾਂ ਦੀ ਫਿਰ ਵੀ ਹੈਲਪ ਕਰਦੇ ਆ। ਗਰਾਏ ਬਗਾਏ ਜੋ ਇਹਨਾਂ ਨੂੰ ਕਹੀਦਾ ਵੀ ਇੱਥੇ ਬਿਮਾਰੀ ਫੈਲ ਸਕਦੀ, ਵਿਚਾਰੇ ਹੱਲ ਕਰਦੇ ਆ। ਲੇਕਿਨ ਇਹਨਾਂ ਦੀ ਹੜਤਾਲ ਜਾਇਜ਼ ਆ। ਜਿਹੜੇ ਇੱਥੇ ਦੇ ਮੌਕੇ ਦੇ ਹਾਕਮ ਆ, ਚਾਹੇ ਉਹ ਸਾਹਮਣੇ ਕਮਰੇ 'ਚ ਬੈਠੇ ਆ, ਚਾਹੇ ਸਲੋਹ ਕੋਠੀ 'ਚ ਬੈਠੇ ਆ, ਉਹਨਾਂ ਨੂੰ ਚਾਹੀਦਾ ਵੀ ਜਾ ਕੇ ਇਹ ਮੰਗਾਂ ਮਨਵਾਉਣ। ਜੇ ਆਪਣੇ ਪਰਸਨਲ ਕੰਮਾਂ ਲਈ ਜਾ ਕੇ ਚੰਡੀਗੜ੍ਹ ਮੰਗਾਂ ਮਨਵਾ ਸਕਦੇ ਤਾਂ ਇਹਨਾਂ ਦੀ ਜੈਨੂਨ ਮੰਗਾਂ ਮਨਵਾਉਣੀ ਚਾਹੀਦੀ ਆ। ਇਹ ਕੋਈ ਵੱਡੀ ਗੱਲ ਨਹੀਂ। ਹੜਤਾਲਾਂ ਮੇਰੇ ਬਾਰੇ ਵੀ ਹੋਈਆਂ, ਹੜਤਾਲਾਂ ਹੁੰਦੀਆਂ ਆਈਆਂ, ਪਰ ਹੜਤਾਲਾਂ ਨੂੰ ਹੱਲ ਕਰਨ ਦਾ ਢੰਗ ਵੀ ਮੈਨੇਜਮੈਂਟਾਂ ਕੋਲ ਹੁੰਦਾ। ਉਹ ਮੈਨੇਜਮੈਂਟ ਨੂੰ ਚਾਹੀਦਾ ਹੱਲ ਕਰੇ, ਕੋਈ ਵੱਡੀ ਗੱਲ ਨਹੀਂ। ਔਰ ਇਹਨਾਂ ਦੀ ਜਾਇਜ਼ ਮੰਗਾਂ ਆ। ਜਾਇਜ਼ ਮੰਗਾਂ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਜੀ ਕਰੋਨਾ ਕਾਲ ਦੇ ਵਿੱਚ ਜੀ ਇਹ ਮਤਲਬ ਫੌਜੀ ਬਣ ਕੇ ਕੰਮ ਕੀਤਾ, ਕਿਹੜੀ ਗੱਲ ਆ? ਸਰਕਾਰਾਂ ਨੂੰ ਕੀ ਫਰਕ ਪੈਂਦਾ? ਜੇ ਕੋਈ ਮੁਲਾਜ਼ਮ ਪੱਕੇ ਹੋ ਜਾਊਗੇ ਤਾਂ ਆਪਣੇ ਬੱਚੇ ਪਾਲੂਗੇ, ਕੋਈ ਕਮੇਟੀਆਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਇਹਨਾਂ ਦੀ ਮੰਗ ਪੂਰੀ ਹੋਣੀ ਚਾਹੀਦੀ ਆ ਔਰ ਅਸੀਂ ਇਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ। ਨਾਲ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ 50% ਫੇਰ ਵੀ ਕੰਮ ਚਲਾਈ ਜਾਂਦੇ ਆ। ਔਰ ਜਿੱਥੇ ਇਹਨਾਂ ਨੂੰ ਵੀ ਲੱਗਦਾ ਕਿ ਕੋਈ ਬਿਮਾਰੀ ਫੈਲਣ ਦਾ ਜ਼ਿਆਦਾ ਡਰ ਆ ਤਾਂ ਇਹ ਵੀ ਅੱਖਾਂ ਮੀਚ ਲੈਂਦੇ ਆ। ਇਸ ਕਰਕੇ ਇਹਨਾਂ ਦਾ ਧੰਨਵਾਦ ਕਿ ਇਹ ਕੰਮ ਇਹਨਾਂ ਦੇ ਜਿੱਥੇ ਇਹਨਾਂ ਦੀ ਮੰਗਾਂ ਜਾਇਜ਼ ਆ ਉੱਥੇ ਸ਼ਹਿਰਦਾਰਾਂ ਨੂੰ ਦੀ ਰੱਖ ਰਖਾਵ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਔਰ ਸਰਕਾਰਾਂ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਇਹਨਾਂ ਦੇ ਮੁਲਾਜ਼ਮਾਂ ਦੀ ਮੰਗ ਤਾਂ ਜ਼ਰੂਰ ਮੰਨ ਲੈਣੀ ਚਾਹੀਦੀ ਹੈ। ਚਲੋ ਬਹੁਤ ਅੱਛੇ ਸ਼ਬਦ ਨੇ ਜੀ। ਨਨੀ ਜੀ ਨਾ ਕਰਿਓ। ਹਾਂ ਖਾਲਸਾ ਜੀ ਦਾ ਤਾਂ ਪਹਿਲਾਂ ਤਾਂ ਨਮਸਕਾਰ ਪੀਬੀ ਬੱਤੀ ਵਾਲਿਆਂ ਨੂੰ। ਮੈਂ ਤੁਸੀਂ ਪੁੱਛਦੇ ਨਾ ਕਿ ਸਰਕਾਰ ਕਿਉਂ ਨਹੀਂ ਮੰਨ ਰਹੀ। ਸਰਕਾਰ ਕੁਝੀਆਂ ਹਰਕਤਾਂ ਕਰ ਰਹੀ ਹੈ, ਬਲ ਫਰੇਮੇ ਪਾ ਰਹੀ ਆ। ਪਹਿਲਾਂ ਕੰਟਰੈਕਟ ਵਾਲੇ ਪੱਕੇ ਕਰਾਂਗੇ, ਫਿਰ ਜਿਹੜੇ ਠੇਕੇਦਾਰ ਵਾਲੇ ਆ ਉਹ ਕੰਟਰੈਕਟ ਤੇ ਲਿਆਵਾਂਗੇ। ਕੰਟਰੈਕਟ ਵਾਲੇ ਕਹਿੰਦੇ ਬੰਦੇ ਬੜੇ ਘੱਟ ਨੇ ਔਰ ਨਵਾਂ ਸ਼ਹਿਰ ਤਾਂ ਹੈ ਹੀ ਕੋਈ ਨਹੀਂ। ਤਕਰੀਬਨ ਪੂਰੇ ਨਗਰ ਕੌਂਸਲਾਂ 'ਚ ਕੋਈ ਬੰਦਾ ਨਹੀਂ ਆ। 2600 ਬੰਦਾ ਸਿਰਫ ਜਿਹੜਾ ਕੰਟਰੈਕਟ ਤੇ ਆ ਲੁਧਿਆਣੇ 'ਚ ਆ। ਤੇ ਅਸੀਂ ਮੀਟਿੰਗ 'ਚੋਂ ਇੱਦਾਂ ਉੱਠ ਕੇ ਆ ਗਏ ਸੀਗੇ ਕਿ ਜਦ ਤੱਕ ਸਾਰਾ ਕੱਚਾ ਕੰਮ ਪੱਕਾ ਨਹੀਂ ਹੁੰਦਾ ਉਦ ਤੱਕ ਸਾਡੀ ਅਗਲੀ ਕੋਈ ਗੱਲ ਨਹੀਂ ਹੋਊਗੀ। ਖਾਲਸਾ ਜੀ ਤੁਸੀਂ ਵੀ ਦੋ ਸ਼ਬਦ ਇੱਥੇ ਕਹਿ ਦਿਓ। ਦੇਖੋ, ਜਿਸ ਤਰ੍ਹਾਂ ਪਾਠਕ ਸਾਹਿਬ ਨੇ ਕਿਹਾ ਵੀ ਅਸੀਂ ਇਹਨਾਂ ਤੋਂ ਪਹਿਲੇ ਦਿਨ ਤੋਂ ਲੈ ਕੇ ਜਿੱਦਣ ਦੀ ਹੜਤਾਲ ਚੱਲ ਰਹੀ ਹੈ ਇਹਨਾਂ ਦਾ ਸਮਰਥਨ ਕਰ ਰਹੇ ਹਾਂ ਔਰ ਉਚੇਚੇ ਤੌਰ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਬਹੁਤ ਔਖੀ ਘੜੀ ਹੁੰਦੀ ਆ ਜਦੋਂ ਇੱਕ ਯੂਨੀਅਨ ਦਾ ਪ੍ਰੈਸ਼ਰ ਹੁੰਦਾ, ਲੇਕਿਨ ਫਿਰ ਵੀ ਇਹ ਸਾਨੂੰ ਕੋਆਪਰੇਟ ਕਰ ਰਹੇ ਆ। ਜੇ ਸਾਨੂੰ ਤਾਂ ਕੋਈ ਦਿੱਕਤ ਆਉਂਦੀ ਆ ਰਾਏ ਬਗਾਏ ਤਾਂ ਜੇ ਇਹਨਾਂ ਨੂੰ ਬੇਨਤੀ ਕਰਦੇ ਆ, ਕਿਉਂਕਿ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਇਹ ਸਾਡੀਆਂ ਉਹ ਗੱਲਾਂ ਨੂੰ ਵੀ ਜਿਹੜਾ ਉਹ ਪ੍ਰਵਾਨ ਕਰ ਰਹੇ ਆ ਔਰ ਸਾਡੇ ਛੋਟੇ ਛੋਟੇ ਕੰਮ ਆ ਜਿਹੜੇ ਉਹ ਕਰਵਾ ਰਹੇ ਆ। ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਆ ਉਹ ਜਲਦੀ ਮੰਨ ਕੇ, ਜਿੱਥੇ ਸ਼ਹਿਰ ਵਾਸੀ ਜਿਹੜੇ ਇਸ ਵੇਲੇ ਬਿਮਾਰੀਆਂ ਦੇ ਭੈਂਕਰ ਡਰ ਦੇ ਨਾਲ ਉਹਨਾਂ ਨੂੰ ਸਤਾ ਰਿਹਾ, ਉੱਥੇ ਇਹਨਾਂ ਦੀਆਂ ਮੰਗਾਂ ਵੀ ਜਾਇਜ਼ ਆ ਮੰਨ ਕੇ ਜਿਹੜਾ ਇਹਦਾ ਹੱਲ ਕਰਨਾ ਚਾਹੀਦਾ। ਸੋ ਲਾਸਟਲੀ ਸਿਰਫ ਮੈਂ ਨਛੱਤਰਪਾਲ ਜੀ ਨਾਲ ਗੱਲ ਕਰਨੀ ਚਾਹਾਂਗਾ। ਨਛੱਤਰਪਾਲ ਜੀ, ਇਹਨਾਂ ਦੀ ਇਹ ਮੰਗਾਂ ਨੂੰ ਲੈ ਕੇ, ਕਿਉਂਕਿ ਕਹਿੰਦੇ ਨੇ ਸਾਡੇ ਪ੍ਰਧਾਨ ਨੇ, ਸਾਡੇ ਸਮਾਜ ਦੇ ਆ, ਇਹਨਾਂ ਦੀ ਮੰਗਾਂ ਨੂੰ ਲੈ ਕੇ ਆਪਾਂ ਕਿਵੇਂ ਹੱਲ ਕਰਵਾ ਸਕਦੇ ਹਾਂ? ਕਿਉਂਕਿ ਜਿਹੜੇ ਪੰਜਾਬ ਦੇ ਅੰਦਰ ਕਾਫੀ ਲੰਮੇ ਸਮੇਂ ਤੋਂ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਆ ਉਹ ਸਟ੍ਰਾਈਕ ਤੇ ਆ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਆ, ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਆ। ਕਿਉਂਕਿ ਪਿਛਲੇ ਅੱਜ ਪੰਜਾਬ ਸਰਕਾਰ ਦਾ ਹਾਲ ਇਹ ਹੋ ਗਿਆ ਵੀ ਅੱਜ ਹਰ ਮੁਲਾਜ਼ਮ, ਹਰ ਵਰਗ ਜਿਹੜਾ ਅੱਜ ਸਟ੍ਰਾਈਕ ਤੇ ਆ, ਚਾਹੇ ਉਹ ਡੀਸੀ ਆਫਿਸ ਦਾ, ਚਾਹੇ ਸਿਵਲ ਹਸਪਤਾਲ ਦਾ, ਚਾਹੇ ਉਹ ਪਟਵਾਰੀ ਆ, ਚਾਹੇ ਨਗਰ ਕੌਂਸਲਾਂ ਦੇ ਕਰਮਚਾਰੀ ਆ ਔਰ ਚਾਹੇ ਉਹ ਅਧਿਆਪਕ ਆ, ਸਾਰੇ ਅੱਜ ਕੱਲ੍ਹ ਸਟ੍ਰਾਈਕ ਤੇ ਚੱਲ ਰਹੇ ਆ। ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਿਹੜੇ ਇਹਨਾਂ ਦੇ ਹੱਕ ਹਕੂਕ ਆ ਬੜੇ ਜੈਨੂਅਨ ਆ, ਉਹ ਇਹਨਾਂ ਨੂੰ ਮਿਲਣੇ ਚਾਹੀਦੇ ਆ। ਕਿਉਂਕਿ ਜੇ ਆਪਾਂ ਜ਼ਿਆਦਾ ਲੰਮਾ ਸਮਾਂ ਕਰਾਂਗੇ ਤਾਂ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਫੈਲਣ ਦਾ ਖਤਰਾ। ਤੇ ਬਰਸਾਤ ਦਾ ਮੌਸਮ ਆ, ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਮੰਨ ਕੇ ਇਹਨਾਂ ਦੀ ਸਟ੍ਰਾਈਕ ਸਾਰੇ ਮੁਲਾਜ਼ਮਾਂ ਦੀ ਖਤਮ ਕਰਾਉਣੀ ਚਾਹੀਦੀ ਹੈ। ਚਲੋ ਠੀਕ ਹੈ ਜੀ, ਵੀਡੀਓ ਰੈਪ ਅਪ ਕਰਦੇ ਹਾਂ। ਔਰ ਗੱਗੂ ਜੀ ਸੰਤੁਸ਼ਟ ਹੋ? ਠੀਕ ਹੈ, ਓਕੇ ਜੀ, ਬਹੁਤ ਸ਼ੁਕਰੀਆ। ਠੀਕ ਹੈ।